ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤੇ ਦਰਸ਼ਕੋ, ਆਪਾਂ ਜਾਣਦੇ ਹਾਂ ਕਸ਼ਮੀਰ ਵਿਖੇ ਜਿਹੜਾ ਹੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੋਈ ਹੈ। ਇਸ ਗੱਲ ਤੋਂ ਸਾਰੇ ਭਲੀ ਭਾਂਤੀ ਜਾਣੂ। ਭੈਣ ਸੁਪਿੰਦਰ ਕੌਰ ਦੀ ਸ਼ਹਾਦਤ, ਜਿਹੜੀ ਸ਼ਹਾਦਤ ਨੂੰ ਪਿਛਲੇ ਕਾਫੀ ਦਿਨਾਂ ਤੋਂ ਕਿਹਾ ਜਾ ਰਿਹਾ ਕਿ ਇਹ ਸ਼ਹਾਦਤ ਇਹਦਾ ਜਾਇਆ ਨਹੀਂ ਜਾਏਗੀ। ਇੱਕ ਬਹੁਤ ਹੀ ਇੱਕ ਸਹਿਜਤਾ ਵਾਲੀ ਸੁਲਝੀ ਹੋਈ ਇੱਕ ਅਧਿਆਪਕ ਨੂੰ ਅਸੀਂ ਗਵਾ ਦਿੱਤਾ। ਇੱਕ ਸਾਡੀ ਸਿੱਖ ਕਮਿਊਨਿਟੀ ਦੀ ਬਹੁਤ ਹੀ ਹੋਣਹਾਰ ਬੱਚੀ ਨੂੰ ਅਸੀਂ ਗਵਾ ਦਿੱਤਾ। ਤੇ ਸਾਰੇ ਆਪਣੇ ਆਪਣੇ ਤੌਰ ਤੇ ਜਸਟਿਸ ਦੀ ਮੰਗ ਤੇ ਕਰ ਰਹੇ ਨੇ, ਨਿਆਂ ਦੀ ਮੰਗ ਤੇ ਆਪਾਂ ਕਰ ਹੀ ਰਹੇ ਹਾਂ। ਤੇ ਨਾਲ ਹੀ ਕੁਝ ਅਜਿਹੀਆਂ ਗੱਲਾਂ ਵੀ ਨੇ ਭੈਣ ਸੁਪਿੰਦਰ ਕੌਰ ਜੀ ਹੋਣਾ ਦੇ ਨਾਲ ਜੁੜੀਆਂ, ਜਿਹੜੀ ਕਿ ਉਹਨਾਂ ਦੀ ਸ਼ਖਸੀਅਤ ਬਾਰੇ ਸਾਨੂੰ ਜਾਣੂ ਕਰਵਾਉਂਦੀਆਂ ਨੇ ਕਿ ਕਿਸ ਅਮੀਰ ਸ਼ਖਸੀਅਤ ਦੇ ਮਾਲਕ ਸਨ ਭੈਣ ਸੁਪਿੰਦਰ ਕੌਰ ਜੀ। ਇਸ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭੈਣ ਜੀ ਗੁਰਦੀਪ ਕੌਰ ਜੀ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਰਮਨ ਜੀ ਆਪ ਵਿੱਚੋਂ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ ਹੈ। ਤੇ ਅੱਜ ਆਪਾਂ ਕੁਝ ਗੱਲਾਂ ਕਰਾਂਗੇ, ਕਿਉਂਕਿ ਅਸੀਂ ਅਕਸਰ ਦੇਖਦੇ ਹੁੰਦੇ ਹਾਂ ਨਾ ਕਿ ਬਹੁਤ ਹੀ ਸਹਿਜੇ ਤੇ ਸੁਲਝੇ ਢੰਗ ਦੇ ਨਾਲ ਆਪ ਜੀ ਸਾਡੇ ਇੱਕ ਬਾਣੀ ਚੈਨਲ ਦੇ ਉੱਤੇ ਸ਼ਬਦ ਦੀ ਵਿਚਾਰ ਵੀ ਕਰਦੇ ਹੋ। ਬਹੁਤ ਸੁਲਝੀ ਔਰ ਸ਼ਾਂਤਮਈ ਸੋਚ ਦੇ ਸੁਭਾਅ ਦੇ ਆਪ ਜੀ ਮਾਲਕ ਹੋ। ਤਾਂ ਸੋਚਿਆ ਕਿਉਂ ਨਾ ਭੈਣ ਸੁਪਿੰਦਰ ਕੌਰ ਜੀ, ਜਿਹੜੀ ਇੱਕ ਖੁਦ ਇੱਕ ਵੱਡੀ ਸ਼ਖਸੀਅਤ ਦੇ ਮਾਲਕ ਸਨ, ਇੱਕ ਸੁਲਝੀ ਹੋਈ ਸਾਡੀ ਕੌਮ ਦੀ ਬੱਚੀ ਸਾਡੇ ਵਿਚਕਾਰ ਨਹੀਂ ਰਹੀ, ਤਾਂ ਉਹਨਾਂ ਨਾਲ ਸੰਬੰਧਿਤ ਕੁਝ ਗੱਲਾਂ ਆਪਾਂ ਆਪ ਜੀ ਰਾਹੀਂ ਸਾਂਝੀਆਂ ਕਰੀਏ, ਆਪ ਜੀ ਕੋਲੋਂ ਜਾਣਕਾਰੀ ਲੈਂਦੇ ਹਾਂ। ਤਾਂ ਭੈਣ ਜੀ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਆਪ ਜੀ ਉਹਨਾਂ ਦੀ ਫੈਮਿਲੀ ਦੇ ਕਾਫੀ ਜ਼ਿਆਦਾ ਹਨਾ ਕਲੋਜ਼ ਹੋ, ਉਹਨਾਂ ਦੇ ਫਾਦਰ ਇਨ ਲਾਅ ਜਿਹੜੇ ਨੇ ਸਿੱਖ ਮਿਸ਼ਨਰੀ ਦੇ ਨਾਲ ਜੁੜ ਕੇ ਪ੍ਰਚਾਰ ਪ੍ਰਸਾਰ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਰਹੇ ਨੇ। ਕਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਬਾਰੇ ਤੁਸੀਂ ਦੇਖਦੇ ਹੋ ਭੈਣ ਜੀ ਸੁਪਿੰਦਰ ਕੌਰ ਹੋਣਾ ਜੀ ਦੇ? ਹਾਂਜੀ ਰਮਨ ਕੌਰ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤ ਹੀ ਦੁਖਾਂਤ ਭਰੀ ਘਟਨਾ ਜੋ ਸਾਡੇ ਕਸ਼ਮੀਰ ਦੇ ਵਿੱਚ ਜੋ ਵਾਪਰੀ ਹੈ ਜੀ, ਜੋ ਕਿ ਬੀਬੀ ਸੁਪਿੰਦਰ ਕੌਰ ਜੀ, ਜਿਨ੍ਹਾਂ ਦਾ ਪਰਿਵਾਰ ਸਭ ਤੋਂ ਪਹਿਲਾਂ ਕਿ ਉਹ ਸੁਲਝੇ ਹੋਏ ਪਰਿਵਾਰ ਚੋਂ ਸੀ ਤੇ ਸੁਲਝੇ ਹੋਏ ਪਰਿਵਾਰ ਵਿੱਚ ਹੀ ਉਸਨੇ ਕਦਮ ਰੱਖਿਆ। ਤੇ ਉਸ ਬੱਚੀ ਦੀ ਜੋ ਵੀਰਵਾਰ ਦੀ ਘਟਨਾ, ਸਭ ਤੋਂ ਪਹਿਲਾਂ ਆਪ ਜੀ ਨੇ ਨਾਲ ਮੇਰੀ ਉਸ ਦਿਨ ਵੀ ਗੱਲ ਹੋਈ ਸੀ। ਤੁਸੀਂ ਉਸ ਟਾਈਮ ਕਹਿ ਰਹੇ ਸੀ ਭੈਣ ਜੀ ਤੁਸੀਂ ਜਾਓ। ਦਾਸ ਨੇ ਆਪ ਜੀ ਨਾਲ ਸਾਂਝ ਕੀਤੀ ਸੀ ਕਿ ਦਾਸ ਦੀ ਕੁਝ ਥੋੜੀ ਜਿਹੀ ਪ੍ਰੋਬਲਮ, ਜਿਸ ਕਾਰਨ ਪੈਰ ਥੋੜੀ ਚੋਟ ਆ ਗਈ ਸੀ, ਕਿਉਂਕਿ ਸਮਾਗਮਾਂ ਦੇ ਦੌਰਾਨ ਅਸੀਂ ਪਿੰਡ ਵੀ ਗਏ ਸੀ ਤੇ ਉੱਥੋਂ ਕੁਝ ਪ੍ਰੋਬਲਮ ਜਿਸ ਕਰਕੇ ਮੈਂ ਉੱਥੇ ਨਾ ਪਹੁੰਚ ਸਕੀ। ਤੇ ਲੇਕਿਨ ਉਹ ਜਦੋਂ 11 ਵਜੇ ਦੇ ਕਰੀਬ ਆਪਣੇ ਸਕੂਲ ਦੇ ਅੰਦਰ ਉਸਨੇ ਐਂਟਰੀ ਕੀਤੀ ਤੇ ਇੱਕਦਮ ਉਹਦੇ ਉੱਤੇ ਐਸਾ ਹੱਲਾ ਹੋਇਆ, ਜੋ ਕਿ ਦਾਸ ਕੱਲ ਉਹਨਾਂ ਦੇ ਘਰ ਪਹੁੰਚੀ ਹੋਈ ਸੀ। ਸਾਰਾ ਉਹਨਾਂ ਦੇ ਜੋ ਮਦਰ ਇਨ ਲਾ ਨੇ ਉਹਨਾਂ ਤੋਂ ਸਾਰਾ ਕੁਝ ਜਾਣਕਾਰੀ ਮਿਲੀ ਕਿ ਉਹਨਾਂ ਨੇ ਆਪਣਾ ਲੰਚ ਬਾਕਸ ਵੀ ਨਾਲ ਰੱਖਿਆ ਹੋਇਆ ਸੀ, ਆਪਣੀ ਗੱਡੀ ਦੇ ਵਿੱਚ ਡਰਾਈਵਿੰਗ ਖੁਦ ਕਰਕੇ ਜਾਂਦੇ ਸੀ। ਉਹ ਲੈ ਕੇ ਤੇ ਉਹ ਗਏ ਤੇ 10 ਵਜੇ ਉਹ ਘਰੋਂ ਨਿਕਲੇ, 11 ਵਜੇ ਆਪਣੇ ਸਕੂਲ ਪਹੁੰਚੇ ਤੇ ਉਹਨਾਂ ਤੇ ਇਹ ਹੱਲਾ ਹੋ ਗਿਆ। ਘਟਨਾ ਕਿਵੇਂ ਵਾਪਰੀ ਇਹ ਵਾਹਿਗੁਰੂ ਪਰਮਾਤਮਾ ਜਾਣਦਾ ਹੈ, ਕਿਵੇਂ ਵਾਪਰੀ, ਕੀ ਹੋਇਆ ਇਹ ਉਹੀ ਜਾਣਦੇ ਨੇ। ਪਰ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਬੀਬੀ ਸੁਪਿੰਦਰ ਕੌਰ ਜੀ ਸੀ ਕਿ ਉਹਨਾਂ ਦਾ ਦੋਸ਼ ਕੀ ਸੀ? ਇੱਕੋ ਹੀ ਦੋਸ਼ ਸੀ ਕਿ ਉਹ ਸਮਾਜ ਨੂੰ ਕੁਝ ਦੇ ਰਹੀ ਸੀ, ਉਹ ਬੱਚਿਆਂ ਨੂੰ ਜਾਗਰਿਤ ਕਰ ਰਹੀ ਸੀ, ਉਹ ਇਨਸਾਨੀਅਤ ਦੇ ਪੱਖ ਤੇ ਉਹਨਾਂ ਨੂੰ ਜਗਾ ਰਹੀ ਸੀ। ਤੇ ਉਸ ਤੋਂ ਬਾਅਦ ਕਿ ਉਸਦੀ ਇਹੋ ਗਲਤੀ ਸੀ ਕਿ ਉਹ ਵਧੀਆ ਪੜ੍ਹਾਈ ਕਰਕੇ ਵਧੀਆ ਢੰਗ ਦੇ ਨਾਲ ਆਪਣੀ ਪ੍ਰਮੋਸ਼ਨ ਨੂੰ ਅੱਗੇ ਤੋਂ ਅੱਗੇ ਵਧਾਈ ਜਾ ਰਹੀ ਸੀ। ਕਾਰਨ ਕੁਝ ਵੀ ਬਣ ਸਕਦਾ ਹੈ, ਪਰ ਉਸਨੂੰ ਜਿਵੇਂ ਮਾਰਿਆ ਗਿਆ, ਮੌਤ ਤਾਂ ਅਟਲ ਸਚਾਈ ਹੈ। ਇਸ ਨੂੰ ਆਪਾਂ ਮੰਨ ਕੇ ਚੱਲੀਏ ਕਿ ਮੌਤ ਅਟਲ ਸਚਾਈ ਹੈ, ਚਾਹੇ ਕਿਸੇ ਜੰਗੇ ਮੈਦਾਨ ਵਿੱਚ ਹੋਵੇ, ਚਾਹੇ ਕਿਵੇਂ ਹੋਵੇ, ਮੌਤ ਅਟਲ ਸਚਾਈ ਹੈ। ਪਰ ਜੋ ਇਸ ਤਰ੍ਹਾਂ ਦੀਆਂ ਜੋ ਹਰਕਤਾਂ ਦੇ ਨਾਲ ਜੋ ਸਾਹਮਣੇ ਅੱਜ ਸਮਾਜ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਉਹ ਬਹੁਤ ਹੀ ਦਰਦਨਾਕ ਘਟਨਾ ਹੋਈ ਹੈ, ਜਿਸ ਦਾ ਕਿ ਮਤਲਬ ਸਾਰਾ ਕਸ਼ਮੀਰ ਹੀ, ਬਲਕਿ ਇਹ ਨਹੀਂ ਕਿ ਸਿੱਖ ਸਮਾਜ ਹੀ, ਹਰ ਜਿਹੜਾ ਇਨਸਾਨ ਹੈ, ਜਿਹੜਾ ਇਨਸਾਨੀਅਤ ਨੂੰ ਸਮਝਦਾ, ਇਨਸਾਨੀਅਤ ਦੇ ਪੱਖ ਤੇ ਅੱਗੇ ਆਉਂਦਾ ਹੈ,
ਹਰ ਬੰਦਾ ਚਾਹੇ ਉਹ ਕਿਸੇ ਵੀ ਕੌਮ ਦੇ ਨਾਲ ਹੈ, ਕਿਸੇ ਵੀ ਦਰਜੇ ਦੇ, ਕਿਸੇ ਵੀ ਜਾਤ ਦਾ ਹੈ, ਉਸਨੂੰ ਇਹ ਦਰਦ ਜ਼ਰੂਰ ਹੋਇਆ ਹੈ ਕਿ ਉਸਨੇ ਕਰੜੀ ਨਿੰਦਾ ਕੀਤੀ ਹੈ ਕਿ ਇਹ ਬਹੁਤ ਹੀ ਗਲਤ ਹੋਇਆ ਹੈ। ਬਿਲਕੁਲ। ਸੋ ਬੀਬੀ ਜੀ ਜੋ ਸਨ, ਬੀਬੀ ਸੁਪਿੰਦਰ ਕੌਰ ਜੀ, ਜੋ ਕਿ ਜੱਜਬੁੱਕ ਦੀ ਰਹਿਣ ਵਾਲੀ ਸੀ, ਪਿੰਡ ਚੋਂ, ਤੇ ਲੇਕਿਨ ਸੰਤ ਨਗਰ ਉਹ ਰਹਿ ਰਹੇ ਸੀ। ਉਹਨਾਂ ਦੇ ਘਰ ਸੰਤ, ਕਿਉਂਕਿ ਪਿੰਡਾਂ ਚ ਤਕਰੀਬਨ ਲੋਕੀ ਜਦੋਂ ਆ ਜਾਂਦੇ ਨੇ ਸਿਟੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ, ਹਾਲਾਤਾਂ ਨੂੰ ਮੁੱਖ ਰੱਖਦੇ ਹੋਏ, ਪਹਿਲੇ ਹਾਲਾਤ ਜਦੋਂ ਹੋਏ ਸੀ ਲੋਕੀ ਨਿਕਲ ਆਏ ਸੀ ਜਾਂ ਉਸ ਬੱਚੀ ਨੇ ਬੜੀ ਵਧੀਆ ਢੰਗ ਦੇ ਨਾਲ ਆਪਣੀ ਪੜ੍ਹਾਈ ਕੀਤੀ। ਪੜ੍ਹਾਈ ਕਰਕੇ ਪੇਰੈਂਟਸ ਦਾ ਬਹੁਤ ਦੇਣ ਸੀ। ਉਹਨਾਂ ਦੇ ਪਿਤਾ ਜੀ ਸਰਦਾਰ ਤਰਲੋਕ ਸਿੰਘ ਜੀ, ਮਾਤਾ ਕ੍ਰਿਸ਼ਨਾ ਕੌਰ, ਕਹਿੰਦੇ ਨੇ ਬੜੇ ਹੀ ਸ਼ਰੀਫ ਅਤੇ ਬੜੇ ਅੱਛੇ ਪਰਿਵਾਰ ਦੀ ਬੱਚੀ ਸੀ। ਤੇ ਉਸਨੇ ਪੜ੍ਹਾਈ ਦੇ ਨਾਲ ਨਾਲ ਉਹਦੀ 2004 ਦੇ ਵਿੱਚ ਉਹਦੀ ਮੈਰਿਜ, ਜਿਹੜੀ ਬੜੇ ਅੱਛੇ ਘਰ ਰੈਂਕੀਪੁਰਾ, ਆਪਣੇ ਰੈਂਕੀਪੁਰਾ ਦੇ ਰਹਿਣ ਵਾਲੇ ਸਰਦਾਰ ਜੋ ਇਹ ਰਮੇਸ਼ ਪਾਲ ਸਿੰਘ ਜੀ, ਅੱਛੇ ਅਹੁਦੇ ਤੇ ਬੈਂਕ ਦੇ ਵਿੱਚ ਸਰਵਿਸ ਕਰਦੇ ਨੇ, ਉਹਨਾਂ ਨਾਲ ਉਹਨਾਂ ਦੀ ਮੈਰਿਜ ਹੋਈ। ਤੇ ਜਿਨ੍ਹਾਂ ਦੇ ਘਰ ਉਹਨਾਂ ਦੀ ਮੈਰਿਜ ਹੋਈ, ਸਰਦਾਰ ਮੰਗਤ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਦੇ ਮੋਢੀ, ਜੋ ਕਿ ਅੱਜ 85, ਮੈਨੂੰ ਲੱਗਦਾ 85 86 ਉਹਨਾਂ ਦੀ ਏਜ ਹੋਣੀ ਵੀਰ ਜੀ ਦੀ। ਤੇ ਉਹਨਾਂ ਦੀ ਕਿੰਨੀ ਦੇਣ ਹੈ, ਤੇ ਜਿਸ ਪਰਿਵਾਰ ਦੇ ਵਿੱਚ ਆ ਕੇ ਉਹਨੇ ਹੋਰ ਵੀ ਸੇਵਾ ਕਰਨੀ, ਸੇਵਾ ਦਾ ਪੱਖ ਜੋ ਹੈ ਹੋਰ ਵੀ ਸਿੱਖਿਆ, ਆਪਣੇ ਪਰਿਵਾਰ ਦੇ ਵਿੱਚ ਹੋਰ ਵੀ ਸਿੱਖਿਆ। ਤੇ 2004 ਮੈਂ 2015 ਵਿੱਚ ਉਹਨਾਂ ਦੀ ਮਦਰ ਦੀ ਵੀ ਡੈਥ ਹੋ ਗਈ, ਬੀਬੀ ਸੁਪਿੰਦਰ ਕੌਰ ਜੀ ਦੀ, ਮਾਤਾ ਜੀ। ਤੇ ਲੇਕਿਨ ਉਸ ਬੱਚੀ ਨੇ ਫਿਰ ਵੀ ਆਪਣੀ ਜੋ ਪੜ੍ਹਾਈ, ਜੋ ਡਿਗਰੀ, ਕਿਉਂਕਿ ਬਡਗਾਮ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਡਿਊਟੀ ਕੀਤੀ ਆਪਣੀ, ਉਹਨਾਂ ਨੂੰ ਇੱਕਦਮ ਮਤਲਬ ਵਧੀਆ ਢੰਗ ਦੇ ਨਾਲ ਇੰਨੇ ਕਾਬਿਲ ਸਨ ਕਿ ਉਹਨਾਂ ਨੂੰ ਲੈਕਚਰਰ ਦੀ ਪੋਸਟ ਮਿਲ ਗਈ। ਹਾਂਜੀ। ਉਸ ਤੋਂ ਬਾਅਦ ਉਹਨਾਂ ਨੇ ਕੁਝ ਦੇਰ 올ਡ ਦੇ ਵਿੱਚ ਨੌਕਰੀ ਕੀਤੀ, ਸ਼੍ਰੀਨਗਰ ਦੇ ਵਿੱਚ 올ਡ ਕੋਲ। ਉਸ ਤੋਂ ਬਾਅਦ ਛਾਨਪੁਰਾ ਦੇ ਵਿੱਚ ਡਿਊਟੀ ਕੀਤੀ। ਤੇ ਛਾਨਪੁਰਾ ਦੀ ਉਹਨਾਂ ਦੀ ਜੋ ਘਟਨਾ ਹੈ ਕਿ ਉਹਨਾਂ ਨੇ ਇੱਕ ਬੱਚੀ ਜਿਸ ਦੇ ਮਾਤਾ ਪਿਤਾ ਦੀ ਡੈਥ ਹੋ ਗਈ ਸੀ, ਉਹ ਮੁਸਲਿਮ ਬੱਚੀ ਹੈ, ਤੇ ਉਹਨਾਂ ਨੂੰ ਅਡਾਪਟ ਕੀਤਾ ਉਸਨੇ। ਤੇ ਉਹ ਉਹਨਾਂ ਨੂੰ ਅਲਚੀਬਾਗ ਸ਼ਾਇਦ ਰੱਖਿਆ, ਤੇ 15,000 ਰੁਪਇਆ ਮਹੀਨੇ ਦਾ ਉੱਥੇ ਦੇ ਰਹੇ ਨੇ ਉਹਦੀ ਪਰਵਰਿਸ਼ ਲਈ, ਉਹ ਕਰ ਰਹੀ ਸੇਵਾ। ਤੇ ਸਕੂਲ ਦੇ ਵਿੱਚ ਵੀ ਉਹ ਕਾਫੀ ਕਹਿੰਦੇ ਨੇ ਕਿ ਬੜੀ ਮਦਦ ਗਰੀਬਾਂ ਦੀ ਕਰਦੇ ਸੀ। ਉਹ ਬੜੀ ਮਦਦ, ਜਿਹੜਾ ਉਹਨਾਂ ਦਾ ਜੋ ਪੀਐਨ ਸੀ ਚਪਰਾਸੀ, ਕਹਿੰਦੇ ਉਹਦੇ ਡਾਇਲਿਸ ਦੀ ਜੋ ਸਾਰੀ ਜ਼ਿੰਮੇਵਾਰੀ ਬੀਬੀ ਸੁਪਿੰਦਰ ਕੌਰ ਨੇ ਲਈ ਹੋਈ। ਦੇਖੋ ਕਿੰਨਾ ਉਹਦਾ ਪੱਖ ਸੀ ਸੇਵਾ ਦਾ। ਤੇ ਜੋ ਮੌਤ ਦੀ ਘਟਨਾ ਹੁੰਦੀ ਹੈ, ਦੇਖੋ ਸੱਚ ਜਾਣਿਓ, ਇਸ ਗੱਲ ਨਾਲ ਅਸੀਂ ਸਹਿਮਤ ਹਾਂ ਕਿ ਜਿਹੜੇ ਚੰਗੇ ਲੋਕ ਹੁੰਦੇ ਨੇ ਉਹਨਾਂ ਤੇ ਐਸੀਆਂ ਘਟਨਾ ਵਾਪਰ ਜਾਂਦੀਆਂ ਨੇ ਕਿ ਉਹ ਨਿਕਲਦੀ ਬਾਹਰ ਆਉਂਦੀਆਂ ਨੇ ਇਸੇ ਤਰੀਕੇ ਨਾਲ। ਤੇ ਇਸ ਚੀਜ਼ ਨੂੰ ਅਸੀਂ, ਇਹ ਬਹੁਤ ਦਰਦਨਾਕ ਗੱਲ ਹੈ ਕਿ ਉਹਨਾਂ ਨੂੰ ਜੋ ਗੋਲੀ ਲੱਗੀ, ਉਹ ਤੇ ਬੜੀ ਦੁੱਖ ਵਾਲੀ ਗੱਲ ਹੈ। ਲੇਕਿਨ ਅਗਰ ਦੂਜੇ ਪਾਸੇ ਜਾਈਏ, ਉਹਨਾਂ ਦੀ ਐਸੀ ਘਟਨਾਈ ਹੈ ਕਿ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਨੂੰ ਜੋ ਸਾਹਮਣੇ ਨਿਖਾਰਿਆ ਗਿਆ, ਹੈਨਾ, ਸੇਵਾ ਨੂੰ ਨਿਖਾਰਿਆ ਗਿਆ। ਤੇ ਸਾਰਾ ਕੁਝ ਉਹਨਾਂ ਦਾ ਪਤਾ ਲੱਗਿਆ ਕਿ ਕਿਵੇਂ ਉਹ ਸੇਵਾ ਕਰਦੇ ਸੀ। ਅਮਰ ਸਿੰਘ ਕਾਲਜ ਵਿੱਚ ਵੀ ਉਹਨਾਂ ਨੇ ਡਿਊਟੀ ਕੀਤੀ, ਕਿਉਂਕਿ ਦਾਸ ਨੂੰ ਕਈ ਵਾਰ ਬੀਬੀ ਜੀ ਮਿਲੇ ਨੇ, ਕਿਉਂਕਿ ਇਹ ਕੋਵਿਡ ਦੇ ਕਾਰਨ ਕੁਝ ਸਮਾਂ 2-3 ਸਾਲ ਹੋ ਗਏ ਉਹਨਾਂ ਨਾਲ ਮੇਰੀ ਨਹੀਂ ਹੋ ਸਕੀ। ਲੇਕਿਨ ਇਹ ਪਤਾ ਹੁੰਦਾ ਸੀ, ਕਿਉਂਕਿ ਦਾਸ ਇਹਨਾਂ ਚੀਜ਼ਾਂ ਦੀ ਜ਼ਰੂਰ ਜਾਣਕਾਰੀ ਲੈਂਦੀ ਹੈ, ਜੋ ਸਾਡਾ ਫੀਲਡ ਵਰਕ ਹੁੰਦਾ ਕਿ ਕਿਤੇ ਕਿਤੇ ਸਾਡੀਆਂ ਭੈਣਾਂ ਸੇਵਾ ਕਰ ਰਹੀਆਂ ਨੇ, ਕਿਵੇਂ ਕਰ ਰਹੀਆਂ ਨੇ, ਉਹਨਾਂ ਨਾਲ ਕਿਵੇਂ ਮਿਲਿਆ ਜਾਏ, ਉਹਨਾਂ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ। ਤੇ ਇਹ ਮਨ 'ਚ ਖੁਸ਼ੀ ਹੁੰਦੀ ਸੀ ਕਿ ਇਹ ਭੈਣਾਂ ਦੇਖੋ ਕਿੰਨਾ ਸਾਡੀ ਉਹਦੇ ਤੇ ਹੈ ਭੈਣ, ਲੇਕਿਨ ਇੰਨੀ ਸੇਵਾ ਕਰ ਰਹੀ ਹੈ, ਇੰਨੀ ਵਧੀਆ ਢੰਗ ਦੇ ਨਾਲ ਸੇਵਾ ਕਰਦੀ ਹੈ। ਤੇ ਕੱਲ ਹੀ ਉਹਨਾਂ ਦੀ ਜੋ ਸਕੀ, ਜੋ ਮਾਮੇ ਦੀ ਲੜਕੀ ਹੈ ਦਾਸ, ਕਿਉਂਕਿ ਜਦੋਂ ਅਸੀਂ ਸਮਾਗਮ ਵਿੱਚ ਗਏ ਸੀ, ਉਹਦੇ ਮਾਮੇ ਦੀ ਲੜਕੀ ਦੇ ਘਰ ਅਸੀਂ ਠਹਿਰੇ ਹੋਏ ਸੀ। ਤੇ ਜਦੋਂ ਰਾਤੀ ਪਤਾ ਲੱਗਿਆ ਉਹਦੀ ਸਕੀ ਭੂਆ ਦੀ ਲੜਕੀ ਹੈ, ਉਹਦੀ ਡੈਥ, ਉਹਨੇ ਹੋਰ ਵੀ ਕੁਝ ਦੱਸਿਆ। ਕਹਿੰਦੇ ਕਿ ਜਿੱਥੇ ਰਹਿ ਰਹੀ ਹੈ ਅੱਜ ਸੁਪਿੰਦਰ ਕੌਰ ਜਿੱਥੇ ਰਹਿ ਰਹੀ ਹੈ, ਉੱਥੇ ਜਦੋਂ ਇਹਨਾਂ ਨੇ ਗੱਡੀ ਨਵੀਂ ਲਈ ਦੀ ਸੀ, ਗੱਡੀ ਉਹ ਲੈ ਕੇ ਗਏ ਤੇ ਐਕਸੀਡੈਂਟ ਹੋ ਗਿਆ ਗੱਡੀ ਦਾ, ਗੱਡੀ ਖਤਮ ਹੋ ਗਈ ਤੇ ਉਸਨੂੰ ਵੀ ਲੱਗੇ। ਤੇ ਇਸ ਬੀਬੀ ਨੇ ਉਸਨੂੰ ਕੁਝ ਨਹੀਂ ਕਿਹਾ, ਉਹਨੂੰ ਹੋਰ ਸਗੋਂ ਮਦਦ ਦਿੱਤੀ ਕਿ ਤੇਰਾ ਜੋ ਦਵਾਈ ਦਾਰੂ ਦਾ ਕਰ, ਕੋਈ ਗੱਲ ਨਹੀਂ। ਦੇਖੋ ਕਿੰਨਾ ਮਤਲਬ ਬੜਾਪਨ ਹੈ। ਇਹ ਖਾਸ ਕਰਕੇ ਬੀਬੀਆਂ ਦੇ ਵਿੱਚ ਇੰਨੀ ਚੜ੍ਹਦੀ ਕਲਾ ਆਣੀ, ਇਹ ਪ੍ਰਾਤਨ ਬੀਬੀਆਂ ਦਾ ਬਹੁਤ ਵੱਡਾ ਜਿਗਰਾ ਸੀ। ਤੇ ਅੱਜ ਇਹ ਦੇਖੋ ਸਿੱਖ ਬੱਚਿਆਂ ਦੇ ਵਿੱਚ ਇੰਨਾ ਜਿਗਰਾ ਪੈਦਾ ਹੋਣਾ, ਮੈਨੂੰ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਪੂਰੀ ਨਿਤਰਦੀ ਸੀ ਇਹ ਬੱਚੀ। ਘਰ ਦੇ ਵਿੱਚ ਵੀ ਉਹਨਾਂ ਦੇ ਮਦਰ ਇਨ ਲਾ ਮੈਨੂੰ ਦੱਸੇ ਕਰਦੇ ਸਨ, ਕੱਲ ਕਹਿੰਦੇ ਸਨ ਘਰ ਵੀ ਕੋਈ ਅਗਰ ਆ ਜਾਂਦਾ ਸੀ ਮੰਗਣ ਵਾਲਾ, ਤੇ ਮਤਲਬ ਕਿ ਵਾਧੂ ਕੱਢ ਕੇ ਇਹ ਨਹੀਂ ਸੀ ਦੇ, ਤੇ ਮੈਂ ਕਿੰਨੇ ਦੇ ਰਹੀ ਹਾਂ। ਤੇ ਕਹਿੰਦੇ ਅਸੀਂ ਵੀ ਨਹੀਂ ਉਹਨੂੰ ਰੋਕਿਆ, ਕਿਉਂਕਿ ਸਾਡੇ ਘਰ ਦਾ ਪਰਉਪਕਾਰ ਹੀ ਸੇਵਾ ਤੋਂ ਸ਼ੁਰੂ ਹੋਇਆ ਹੈ। ਵੀਰ ਜੀ, ਵੀਰ ਮੰਗਤ ਸਿੰਘ ਜੋ ਇਹਨਾਂ ਦੇ ਫਾਦਰ ਇਨ ਲਾ ਨੇ, ਮੈਂ ਛੋਟੀ ਜੀ ਸਾਂ, ਜੰਮੂ ਤੇ ਵੀ ਜਦੋਂ ਇਹ ਸਮਾਗਮ ਵੀ ਜਾਂਦੇ ਸੀ, ਮੰਗਤ ਸਿੰਘ ਵੀਰ ਜੀ ਉਹਨਾਂ ਨੂੰ ਅਸੀਂ ਵੇਖਦੇ ਸਾਂ, ਕਿੰਨੀ ਸੇਵਾ ਦਾ ਪੱਖ ਸੀ।
ਫਿਰ ਇੱਥੇ ਵੀ ਉਹਨਾਂ ਦੇ ਨਾਲ ਕੰਡਕਟ ਹੈ ਕਿ ਸੇਵਾ ਦੇ ਜਿਹੜੇ ਐਸੇ ਲੋਕ ਨਾ ਉਹਨਾਂ ਨਾਲ ਹਮੇਸ਼ਾ ਮਿਲਾਪ ਰੱਖੀਦਾ। ਤੇ ਵੀਰ ਮੰਗਤ ਸਿੰਘ ਜੀ ਨੇ, ਤੁਸੀਂ ਰਮਨ ਜੀ ਦੇਖੋਗੇ, ਉਹਨਾਂ ਨੇ ਰਹਾਉ ਦੀ ਪੰਕਤੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ 1430 ਅੰਗਾਂ ਦੀ ਰਹਾਉ ਦੀਆਂ ਪੰਕਤੀਆਂ ਨੂੰ 2 ਸਾਲ ਲਗਾ ਕੇ ਲਿਖਿਆ। 2 ਸਾਲ। ਉਹਨਾਂ ਦੀ ਜੋ ਬੁੱਕ ਹੈ ਮਕਰੰਦ ਬੁੱਕ, ਇਹ ਹਾਲਾਂ ਵੀ ਦੇਖੋ ਸਾਡੇ ਇਹਨਾਂ ਨੇ ਇਹ ਬੁੱਕ ਜਿਹੜੀ ਹੈ ਮਕਰੰਦ ਬੁੱਕ ਫੁੱਲਾਂ ਦੀ ਖੁਸ਼ਬੂ, ਹਾਂਜੀ। ਤੇ ਇਹ ਜਿਹੜੀ ਬੁੱਕ ਜਿਹੜੀ ਉਹਨਾਂ ਨੇ ਫ੍ਰੀ ਵੰਡੀ, ਤਕਰੀਬਨ ਸਾਡੀ ਜਿਹੜੀ ਕਲਾਸ ਹੈ ਉਹਦੇ ਵਿੱਚ ਹੀ ਉਹਨਾਂ ਨੇ 20-25 ਬੁੱਕਾਂ ਭੇਜ ਦਿੱਤੀਆਂ, ਜਿੱਥੇ ਵੀ ਦਿੰਦੇ ਸਨ ਫ੍ਰੀ ਬੁੱਕ ਦਿੰਦੇ ਸਨ। ਤੇ ਅੱਜ ਹੁਣ ਹੋਰ ਵੀ ਨਵਾਂ ਕੰਮ ਕਰਨ ਵੀਰ ਜੀ, ਹੁਣ ਕਰਨਾ ਸੀ ਵੀਰ ਜੀ ਨੇ ਕਰਨਾ ਹੈ, ਕਰਨਗੇ ਜ਼ਰੂਰ। ਮੈਂ ਅਰਦਾਸ ਕਰਦੀ ਹਾਂ ਵੀਰ ਜੀ ਚੜ੍ਹਦੀ ਕਲਾ ਵਿੱਚ ਰਹਿਣਗੇ, ਕਿਉਂਕਿ ਮੌਤ ਤੋਂ ਅਟਲ ਸੱਚਾਈ ਹੈ। ਹੁਣ ਵੀਰ ਜੀ ਉਹਨਾਂ ਹੀ ਰਹਾਉ ਦੀਆਂ ਪੰਕਤੀਆਂ ਦੇ ਵਿਸ਼ੇ ਬਣਾ ਕੇ ਇੱਕ ਬੁੱਕ ਤਿਆਰ ਕਰਨਗੇ। ਦੇਖੋ ਕਿੰਨੀ ਸੇਵਾ ਦਾ ਪੱਖ ਆਉਂਦੇ ਘਰ ਵਿੱਚ। ਚੜ੍ਹਦੀ ਕਲਾ ਭਾਣੇ ਨੂੰ ਬਿਲਕੁਲ ਮੰਨਦੇ ਨੇ। ਅਸੀਂ ਕੱਲ ਗਏ ਆ, ਉਹਨਾਂ ਨੇ ਕਿਹਾ ਗੁਰਦੀਪ ਜੀ ਇਹ ਰੱਬ ਦਾ ਹੁਕਮ ਹੈ, ਉਸ ਵਿੱਚ ਰਹਿਣਾ ਹੈ। ਇਸ ਵਿੱਚ ਜਿਸ ਠਾਕੁਰ ਸੂ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਬਿਲਕੁਲ ਇਹ परमात्मा ਦਾ ਹੁਕਮ ਸੀ। ਬਾਕੀ ਜੋ ਸੁਪਿੰਦਰ ਕੌਰ ਦੀ ਜੋ ਚੜ੍ਹਦੀ ਕਲਾ ਦੀ ਦੇਣ ਸੀ, ਉਹ ਆਪਾਂ ਸਾਰਿਆਂ ਨੇ ਇਹ ਬੜੀ ਸੇਵਾ ਹੈ, ਇਸ ਪੱਖ ਨੂੰ ਛੱਡਣਾ ਨਹੀਂ। ਬਹੁਤ ਵੱਡਾ ਪੱਖ ਸੀ ਜਿਹੜਾ ਕਿ ਮਤਲਬ ਅਗਰ ਸੁਪਿੰਦਰ ਕੌਰ, ਸਾਨੂੰ ਬੜਾ ਦਰਦ ਹੈ। ਅਸੀਂ ਨਹੀਂ ਕਹਿੰਦੇ ਕਿ ਇਹ ਗੋਲੀ ਵੱਜੀ ਹੈ ਜਾਂ ਵੱਜਣੀ ਸੀ ਜਾਂ ਨਹੀਂ, ਬੜਾ ਦੁੱਖ ਹੈ ਕਿਉਂਕਿ ਐਸੀ ਮੌਤ ਆਮ ਲੋਕ ਨਹੀਂ ਕਰਦੇ। ਇਹੋ ਹੀ ਲੋਕੀ ਕਰਦੇ ਨੇ ਜਿਨ੍ਹਾਂ ਨੂੰ ਰੱਬ ਦਾ ਭੈ ਨਹੀਂ ਹੁੰਦਾ। ਬਾਕੀ ਇਹ ਗੱਲ ਹੈ ਕਿ ਹਰ ਬੰਦਾ ਨਹੀਂ ਇਸ ਚੀਜ਼ ਨੂੰ ਚਾਹੁੰਦਾ, ਹਰ ਬੰਦਾ ਨਹੀਂ, ਕਿਉਂਕਿ ਇਸ ਲਈ ਸਾਰੇ ਕਸ਼ਮੀਰ ਦੁਖੀ ਹੈ। ਸਾਰੇ ਕਹਿੰਦੇ ਕੋਈ ਵੀ, ਚਲੋ ਕੋਈ ਵੀ ਮੌਤ ਹੋਵੇ, ਇਹ ਨਹੀਂ ਕਿ ਸਿੱਖੀ ਕੋਈ ਵੀ ਹੋਵੇ ਐਸੀ ਘਟਨਾ ਜਿਹੜੀ ਕਿ ਬਰਦਾਸ਼ਤ ਨਹੀਂ ਕੀਤੀ ਜਾਂਦੀ, ਕਿ ਜੋ ਇਸ ਨੂੰ ਅਨਹੋਣੀ ਆਖਿਆ ਜਾਂਦਾ ਹੈ। ਕਿਉਂਕਿ ਇਹ ਬਹੁਤ ਵੱਡਾ ਪਾਪ, ਜਿਸ ਨੂੰ ਜੇ ਇਹ ਗੁਨਾਹ ਵੀ ਅਸੀਂ ਆਖ ਸਕਦੇ ਹਾਂ ਕਿ ਗੁਨਾਹ ਹੈ, ਬਹੁਤ ਵੱਡਾ ਗੁਨਾਹ ਹੈ ਕਿ ਇੱਕ ਬੰਦਾ ਜੋ ਕੰਮ ਕਰ ਰਿਹਾ ਕੁਝ ਸੰਸਾਰ ਦੇ ਵਿੱਚ, ਇਸ ਦੀ ਦੇਣ ਹੈ। ਦੇਖੋ ਇੱਕ ਜੋ ਅਧਿਆਪਕ ਹੈ ਨਾ ਜੀ, ਜੋ ਅਧਿਆਪਕ ਹੈ ਉਸ ਤੋਂ ਕਿੰਨੇ ਲੋਕੀ ਨਿਖਰ ਕੇ ਬਾਹਰ ਆਉਂਦੇ ਨੇ, ਹੈਨਾ। ਅੱਜ ਵੱਡੇ ਤੋਂ ਵੱਡੇ ਉਹਦੇ ਤੇ ਕੋਈ ਬੈਠਾ ਨਾ, ਉਹ ਇੱਕ ਅਧਿਆਪਕ ਨਿਕਲਦਾ ਹੈ। ਅਗਰ ਕੋਈ ਵੱਡੀ ਤੋਂ ਵੱਡੀ ਪੋਸਟ ਤੇ ਜਾਏਗਾ, ਡਾਕਟਰ ਹੋਏਗਾ, ਕੋਈ ਵਕੀਲ ਹੋਏਗਾ, ਇੱਕ ਟੀਚਰ ਦੀ ਦੇਣ ਹੈ ਨਾ। ਤੇ ਟੀਚਰ ਮਤਲਬ ਟੀਚਰ ਕਦੇ ਵੀ ਗਲਤ ਨਹੀਂ ਕਰਦਾ, ਕਦੇ ਵੀ ਗਲਤ ਨਹੀਂ ਕਰਦਾ। ਔਰ ਸੁਪਿੰਦਰ ਕੌਰ ਜੈਸੀ ਟੀਚਰ, ਅਧਿਆਪਕ, ਜਿਸ ਦੀ ਇੰਨੀ ਦੇਣ, ਜਿਹੜੀ ਦੂਜਿਆਂ ਵਾਸਤੇ ਕਰਦੀ ਸੀ, ਕਿਉਂਕਿ ਉਸਨੇ ਇਸ ਪੱਖ ਨੂੰ ਸਮਝਿਆ ਹੋਇਆ ਸੀ ਆਪਣੇ ਘਰ ਤੋਂ, ਸਰਬਤ ਦਾ ਭਲਾ। ਸਰਬਤ ਦੇ ਭਲੇ ਵਿੱਚ ਸਿਰਫ ਸਿੱਖ ਨਹੀਂ ਆਉਂਦਾ, ਉਸਨੇ ਇਸ ਚੀਜ਼ ਨੂੰ, ਇਸ ਕਨਸੈਪਟ ਨੂੰ ਸਮਝਿਆ ਹੋਇਆ ਸੀ ਪਰਿਵਾਰ। ਠੀਕ ਹੈ ਜੀ। ਜੀ ਬਿਲਕੁਲ। ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਕਿਹਾ ਕਿ ਜਿਹੜਾ ਇੱਕ ਅਧਿਆਪਕ ਹੁੰਦਾ ਨਾ, ਜੇਕਰ ਗੱਲ ਕੀਤੀ ਜਾਵੇ ਭੈਣ ਸੁਪਿੰਦਰ ਕੌਰ ਹੋਣਾ ਦੀ, ਤਾਂ ਉਹ ਤੇ ਇੰਨੀ ਉੱਚੀ ਸ਼ਖਸੀਅਤ ਦੇ ਮਾਲਕ ਭੈਣ ਜੀ, ਹਨਾ, ਜਿਹੜੇ ਸਾਡੇ ਵਿੱਚ ਚਲੇ ਗਏ। ਦੇਖੋ ਤੁਸੀਂ ਵੀ ਜਿਹੜਾ ਕਿਹਾ ਕਿ ਜਾਣਾ ਸਭ ਨੇ ਇੱਕ ਦਿਨ, ਪਰ ਲੇਕਿਨ ਨਾ ਉਹਨਾਂ ਨੇ ਉਹ ਚੰਗੇ ਕੰਮ ਕੀਤੇ ਜਿਹੜੇ ਉਹਨਾਂ ਨੇ ਨਾ ਦੁਨੀਆ ਤੋਂ ਲੁਕੋ ਕੇ ਕੀਤੇ। ਮਤਲਬ ਕਹਿੰਦੇ ਨੇ ਨਾ ਕਿ ਕਿਸੇ ਦੇ ਦੂਜੀ ਕੰਨੀ ਖਬਰ ਨਹੀਂ ਪੈਣ ਦਿੱਤੀ। ਲੇਕਿਨ ਵਾਹਿਗੁਰੂ ਜੀ ਚਾਹੁੰਦੇ ਸਨ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਨੇ ਉਹ ਦੁਨੀਆ ਜਾਣੇ, ਉਹਨਾਂ ਦੇ ਕੰਮਾਂ ਤੋਂ ਸੇਧ ਲਏ। ਮਤਲਬ ਜੋ ਉਹਨਾਂ ਨੇ ਸੇਵਾਵਾਂ ਕੀਤੀਆਂ ਨੇ, ਅਸੀਂ ਵੀ ਉਹਦੇ ਕੋਲੋਂ ਸੇਧ ਲਈਏ। ਭਾਵੇਂ ਉਹ ਨਹੀਂ ਸੀ ਦੱਸਣਾ ਚਾਹੁੰਦੇ, ਲੇਕਿਨ ਅੱਜ ਦੁਨੀਆ ਗੱਲ ਕਰ ਰਹੀ ਹੈ, ਅੱਜ ਦੁਨੀਆ ਜਾਣ ਰਹੀ ਹੈ। ਜਿਵੇਂ ਅਸੀਂ ਦੇਖਿਆ ਜਦੋਂ ਉਹਨਾਂ ਦੇ ਹਨਾ ਲਾਸਟ ਜਿਹੜੇ ਉਹਨਾਂ ਦੇ ਰਾਈਟਸ ਪੂਰੇ ਕੀਤੇ, ਅੰਤਿਮ ਸੰਸਕਾਰ ਜਦੋਂ ਉਹਨਾਂ ਦਾ ਕੀਤਾ, ਉਹ ਤੇ ਬੈਨਰ ਲਿਆ ਹੋਇਆ ਸੀਗਾ ਕਿ ਅੱਜ ਇੱਕ ਮੁਸਲਿਮ ਬੱਚੀ ਦੀ ਗੋਡ ਮਦਰ ਦੀ ਜਿਹੜੀ ਹਨਾ ਉਹਦੇ ਕੋਲੋਂ ਚਲੀ ਗਈ ਹੈ। ਤੇ ਸ਼ਾਇਦ ਅਸੀਂ ਸਾਨੂੰ ਨਹੀਂ ਪਤਾ ਲੱਗਣਾ ਸੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਹੀਂ ਪਤਾ ਲੱਗਣਾ ਸੀਗਾ। ਕਹਿੰਦੇ ਮਰਨਾ ਸਭ ਨੇ ਹੈ, ਹਨਾ, ਮਰਨਾ ਸਭ ਨੇ ਆ। ਲੇਕਿਨ ਕੁਛ ਅਜਿਹੇ ਲੋਕ ਇਹੋ ਜਿਹੀ ਸਾਡੇ ਵਿੱਚੋਂ ਜਾਂਦੇ ਨੇ ਜਿਹੜੇ ਕਿ ਨਾ ਰਹਿੰਦੀ ਦੁਨੀਆ ਤੱਕ ਆਪਦੀ ਇੱਕ ਛਾਪ ਛੱਡ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਛਾਪ ਹੈ ਭੈਣ ਸੁਪਿੰਦਰ ਕੌਰ, ਹਨਾ, ਜਿਹੜੇ ਸਾਡੇ ਵਿਚਕਾਰ ਇਸ ਸਮੇਂ ਨਹੀਂ ਹੈਗੇ। ਤੇ ਦੂਜੀ ਗੱਲ ਤੁਸੀਂ ਭੈਣ ਜੀ ਇਹ ਵੀ ਬਹੁਤ ਸੋਹਣੀ ਕਹੀ ਕਿ ਜਿਹੜਾ ਇੱਕ ਅਧਿਆਪਕ ਹੁੰਦਾ ਨਾ, ਕਹਿੰਦੇ ਨੇ ਇੱਕ ਬੜੀ ਸੋਹਣੀ ਉਦਾਹਰਨ ਆ ਕਿ ਅਧਿਆਪਕ ਨਾ ਆਪ ਰਾਜਾ ਨਹੀਂ ਹੁੰਦਾ, ਭਾਵੇਂ ਉਹ ਸਾਰੀ ਜ਼ਿੰਦਗੀ ਨਾ ਸਾਈਕਲ ਤੇ ਕੱਢ ਦੇਵੇ, ਲੇਕਿਨ ਉਹ ਦੂਜਿਆਂ ਨੂੰ ਰਾਜਾ ਬਣਾਉਣ ਦੀ ਯੋਗਤਾ ਰੱਖਦਾ ਵਾ। ਆਪ ਰਾਜਾ ਨਹੀਂ ਬਣੇਗਾ, ਆਪੇ ਸਾਈਕਲ ਤੇ ਰਹੇਗਾ, ਲੇਕਿਨ ਦੂਜਿਆਂ ਨੂੰ ਗੱਡੀਆਂ ਤੱਕ ਪਹੁੰਚਾ ਦੇਗਾ ਇੱਕ ਅਧਿਆਪਕ। ਉਹ ਦੀਵਾ, ਉਹ ਮੋਮਬੱਤੀ ਇੱਕ ਅਧਿਆਪਕ ਹੈ। ਤਾਂ ਭੈਣ ਜੀ ਜੇਕਰ ਗੱਲ ਕੀਤੀ ਜਾਵੇ, ਅੱਜ ਭੈਣ ਸੁਪਿੰਦਰ ਕੌਰ ਸਾਡੇ ਵਿੱਚ ਨਹੀਂ ਹੈਗੇ, ਤੇ ਤੁਹਾਡੇ ਵਿਚਾਰ ਦੇ ਅਨੁਸਾਰ ਕਿੰਨਾ
ਹਨਾ ਸਾਡੀਆਂ ਬੱਚੀਆਂ ਨੂੰ ਕਿੰਨਾ ਲੋਸ ਆ। ਦੇਖੋ ਇੱਕ ਸੇਂਧ ਸੀ ਭੈਣ ਸੁਪਿੰਦਰ ਕੌਰ, ਮਤਲਬ ਇੱਕ ਬਿਲਕੁਲ ਬਿਲਕੁਲ ਗਾਈਡਲਾਈਨ ਵੀ ਸੀ, ਇੱਕ ਅਸੀਂ ਬੱਚਿਆਂ ਨੂੰ ਅੱਜ ਕੱਲ ਵੀ ਆਪਦੇ ਬੱਚਿਆਂ ਨੂੰ ਉਦਾਹਰਨਾਂ ਦੇਵਾਂਗੇ ਕਿ ਇੱਕ ਭੈਣ ਸੁਪਿੰਦਰ ਕੌਰ ਹੁੰਦੇ ਸਨ ਸਾਡੇ ਵਿਚਕਾਰ। ਅੱਜ ਵੀ ਉਹ ਸਰੀਰਕ ਤੌਰ ਤੇ ਨਹੀਂ ਹੈਗੇ, ਗੱਲਾਂ ਉਹਨਾਂ ਦੀਆਂ ਹਮ, ਸਾਡੇ ਵਿਚਕਾਰ ਨੇ, ਹਮ, ਸਾਡੇ ਲਈ ਸੇਂਧ ਬਣ ਗਏ ਨੇ। ਲੇਕਿਨ ਕਿੰਨਾ ਕੁਛ ਹਨਾ ਹੋਰ ਸਾਡੀ ਸੁਸਾਇਟੀ ਨੂੰ ਉਹ ਦੇ ਸਕਦੇ ਸੀ। ਬਾਕੀ ਇਹੋ ਆ ਕਿ ਜੋ ਪਰਮਾਤਮਾ ਦਾ ਭਾਣਾ ਹੁੰਦਾ, ਲੇਕਿਨ ਵਿਚਾਰ ਤਾਂ ਆਪਾਂ ਆਪਸ ਚ ਕਰਦੇ ਹਾਂ ਕਿ ਇਹੋ ਜਿਹੀਆਂ ਕਿੰਨੀਆਂ ਭੈਣਾਂ ਦੀ ਸਾਡੇ ਸਮਾਜ ਦੇ ਵਿੱਚ ਲੋੜ ਹੈ ਹਨਾ। ਤੁਸੀਂ ਕੀ ਬਿਲਕੁਲ। ਸੋਚਦੇ ਹੋ ਇਸ ਬਾਰੇ ਕਿ ਭੈਣ ਸੁਪਿੰਦਰ ਵਰਗੇ ਹੋਣਾ ਕਿੰਨਾ ਜ਼ਰੂਰੀ ਹੈ? ਦੇਖੋ ਭੈਣ ਸੁਪਿੰਦਰ ਵਰਗੇ ਗੁਣਾਂ ਨੇ ਸਾਨੂੰ ਨਿਖਾਰ ਕੇ ਸਾਨੂੰ ਸਾਹਮਣੇ ਇੱਕ ਸਮਝੋ ਸੁਪਿੰਦਰ ਕੌਰ ਸਮਝੋ ਆਈਨਾ ਬਣ ਕੇ ਸਾਡੇ ਸਾਹਮਣੇ ਆਏ ਨੇ। ਜੀ ਉਹਨਾਂ ਨੇ ਸਾਨੂੰ ਇਹ ਸੇਧ ਦਿੱਤੀ ਹੈ ਕਿ ਆਪਾਂ ਕਿਵੇਂ ਸੰਸਾਰ ਦੇ ਵਿੱਚ ਸਰਬਤ ਦੇ ਭਲੇ ਦੀ ਗੱਲ ਕਰਨੀ ਹੈ। ਦੇਖੋ ਇੱਕ ਜਿਸ ਤਰ੍ਹਾਂ ਕਿ ਇੱਕ ਬੱਚੀ ਦੀ ਪਰਵਰਿਸ਼ ਕਰ ਰਹੇ ਸੀ, ਉਹਨਾਂ ਨੇ ਇਹ ਸੇਧ ਦਿੱਤੀ ਕਿ ਦੇਖੋ ਇਹ ਜੀ ਨਹੀਂ ਕਿ ਅਸੀਂ ਆਪਣਿਆਂ ਲਈ ਕਰਨਾ ਹੈ, ਦੂਜਿਆਂ ਲਈ ਵੀ ਕਰਨਾ ਹੈ। ਇਸ ਚੀਜ਼ ਦੀ ਪਰਵਾਹ ਨਹੀਂ। ਮੌਤ ਅਟਲ ਸਚਾਈ ਹੈ। ਲੇਕਿਨ ਇਹ ਗੱਲ ਹੈ ਜੀ ਕਿ ਉਹ ਜਿਹੜੀ ਸੇਵਾ ਦਾ ਪੱਖ ਹੈ ਉਹਨਾਂ ਨੇ ਦੱਸਿਆ, ਉਸ ਤੋਂ ਸਾਨੂੰ ਸਾਰਿਆਂ ਨੂੰ ਉਜਾਗਰ ਹੋਣਾ ਚਾਹੀਦਾ ਹੈ ਕਿ ਉਹਦੀ ਇਹ ਨਹੀਂ ਘਬਰਾਉਣਾ। ਕਿ ਉਹ ਕਈ ਵਾਰੀ ਕਿਹਾ ਜਾਂਦਾ ਕਿ ਜਿਹੜੇ ਲੋਕੀ ਇੰਨੀ ਸੇਵਾ ਕਰਦੇ ਨਾ, ਮੈਨੂੰ ਦਾਸ ਨੇ ਕਈ ਫੋਨ ਆਏ ਨੇ, ਕਹਿੰਦੇ ਨੇ ਭੈਣ ਜੀ ਜਿਹੜੇ ਇੰਨੀ ਸੇਵਾ ਕਰਦੇ ਨੇ, ਇੰਨਾ ਕੰਮ ਕਰਦੇ, ਉਹਨਾਂ ਨਾਲ ਇੰਨਾ ਜ਼ੁਲਮ ਹੋ ਰਿਹਾ। ਨਹੀਂ ਨਹੀਂ, ਅਗਰ ਇਹੋ ਕਹਾਣੀਆਂ ਸੋਚੀਆਂ ਜਾਵਣ ਤੇ ਮਾਤਾ ਗੁਜਰ ਕੌਰ ਦੇ ਜੀਵਨ ਵੱਲ ਧਿਆਨ ਮਾਰੀਏ, ਕਿੰਨੇ ਚੰਗੇ ਸੀ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਝੋਲੀਆਂ ਚੋਂ ਸਰਹੰਦ ਤੋਂ ਝੋਲੀਆਂ ਚੋਂ ਠੰਡੇ ਬੁਰਜੋਂ ਲੈ ਕੇ ਕਿਵੇਂ ਉਹਨਾਂ ਨੇ ਬਿਲਕੁਲ ਦਰਿੰਦਿਆਂ ਨੇ ਠੰਡੇ ਕੀ ਕੀਤਾ ਸੀ। ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਇਤਿਹਾਸ ਹੀ ਇਹੀ ਹੈ। ਸਾਡੀ ਜਿਹੜੀ ਬਿਲਕੁਲ ਕੌਮ ਹੈ ਇਹ ਹੈ ਹੀ ਇਸੇ ਵਸਤੀ ਹੈ। ਅਸੀਂ ਸੰਸਾਰ ਇਹ ਬਿਲਕੁਲ ਅਟਲ ਸਚਾਈ ਹੈ ਕਿ ਚੌਥਾ ਸਾਡਾ ਸੰਸਕਾਰ ਹੈ ਕਿ ਮ੍ਰਿਤਕ ਸੰਸਕਾਰ। ਸਾਨੂੰ ਬਿਲਕੁਲ ਇਸ ਨੂੰ ਮੋਸਟ ਵੈਲਕਮ, ਮੌਤ ਨੂੰ ਹਮੇਸ਼ਾ ਤਿਆਰ ਵਰ ਤਿਆਰ ਰਹਿਣਾ ਸਾਡੇ ਲਈ, ਇਹ ਤਿਆਰ ਵਰ ਤਿਆਰ ਹੈ। ਲੇਕਿਨ ਇਹ ਚੀਜ਼ ਹੈ ਕਿ ਇਸ ਚੀਜ਼ ਦਾ ਸਾਨੂੰ ਫਿਰ ਦਰਦ ਹੁੰਦਾ ਹੈ ਕਿਉਂਕਿ ਇਹ ਬਹੁਤ ਦੁੱਖ ਹੈ ਕਿ ਉਸਨੂੰ ਜੀ ਜਿਵੇਂ ਮਾਰਿਆ ਗਿਆ। ਕਿਉਂਕਿ ਦੇਖੋ ਉਹਨਾਂ ਦੇ ਬੱਚੇ ਨੇ, ਛੋਟੀ ਬੱਚੀ ਹੈ ਉਹਨਾਂ ਦੀ, ਜਿਸ ਤਰ੍ਹਾਂ ਬੱਚੀ ਜਸਲੀਨ ਕੌਰ 7th ਵਿੱਚ ਪੜ੍ਹਦੀ ਹੈ, ਬੱਚਾ ਜੋ ਹੈ ਜੀ ਜਸਗੀਰ ਸਿੰਘ 3rd ਵਿੱਚ ਪੜ੍ਹਦਾ ਹੈ। ਲੇਕਿਨ ਮਤਲਬ ਇਹ ਫੀਲ ਹੋ ਰਿਹਾ ਕਿ ਉਹ ਬੱਚਾ ਕੀ ਫੀਲ ਕਰੇਗਾ। ਬੱਚਾ ਜੋ ਬੱਚੇ ਰੋ ਰਹੇ ਨੇ ਜਦੋਂ ਉੱਠਦੇ ਨੇ, ਉਹ ਕਿਉਂਕਿ ਉਹਨਾਂ ਦੀ ਦਾਦੀ ਦੱਸਦੇ ਸਨ ਕੱਲ ਜਦੋਂ ਬੱਚੀ ਉੱਠੀ ਸਵੇਰੇ ਉਹਨੇ ਕੰਬਲ ਚੁੱਕਿਆ ਕਿ ਮਾਂ ਸ਼ਾਇਦ ਮੇਰੇ ਕੰਬਲ ਦੇ ਥੱਲੇ ਹੋਣੀ। ਮਤਲਬ ਇਹ ਚੀਜ਼ਾਂ ਜਿਹੜੀਆਂ ਦੇਖ ਕੇ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ। ਇਸ ਦਾ ਬਹੁਤ ਹੀ ਦੁੱਖ ਤੇ ਵਿਰਾਗ ਬਹੁਤ ਆਂਦਾ ਉੱਥੇ ਜਾ ਕੇ। ਜਦੋਂ ਅਸੀਂ ਗਿਆ ਦਾਸ ਪਹੁੰਚੀ ਜ਼ਰੂਰ, ਕਿਉਂਕਿ ਬੇਸ਼ੱਕ ਸਾਡੇ ਸਿਰ ਤੇ ਜਿੰਨੀ ਮਰਜ਼ੀ ਸਾਨੂੰ ਦਰਦ ਹੋਏ, ਲੇਕਿਨ ਅਸੀਂ ਕੋਸ਼ਿਸ਼ ਕਰਨੀ ਹੈ ਇੱਥੇ ਪਹੁੰਚਣਾ। ਇਹ ਸਾਡੇ ਸਿੱਖਾਂ ਵਿੱਚ ਇਹ ਬੜੀ ਸਾਨੂੰ ਵਾਹਿਗੁਰੂ ਜੀ ਨੇ ਪਾਵਰ ਦਿੱਤੀ ਹੋਈ ਹੈ ਕਿ ਅਸੀਂ ਆਪਣੇ ਦਰਦ ਨੂੰ ਇੱਕ ਪਾਸੇ ਰੱਖਣਾ ਹੈ ਤੇ ਅਸੀਂ ਇਸ ਦਰਦ ਨੂੰ ਜ਼ਰੂਰ ਵੰਡਾਣਾ ਹੈ। ਬਾਕੀ ਉਸਨੂੰ ਅਸੀਂ ਜਿੰਦਾ ਤਾਂ ਕਰ ਨਹੀਂ ਸਕਦੇ, ਬੱਚਿਆਂ ਦੀ ਮਾਂ ਅਸੀਂ ਬੱਚਿਆਂ ਨੂੰ ਦੇ ਨਹੀਂ ਸਕਦੇ। ਉਸ ਪਰਿਵਾਰ ਨੂੰ ਐਸੀ ਨੂੰ, ਕਿਉਂਕਿ ਉਹਨਾਂ ਦੀ ਜੋ ਮਦਰ ਇਨ ਲਾ ਦੱਸਦੇ ਨੇ ਕਿ ਇੰਨੀ ਅੱਛੀ ਸੀ, ਘਰ ਦੇ ਵਿੱਚ 4 ਵਜੇ ਪੂਰੇ ਉਹਨੇ ਪਹੁੰਚਣਾ, ਚਾਹ ਦੇਣੀ ਸਮੇਂ ਸਿਰ, ਸਾਨੂੰ ਪੁੱਛਣਾ ਮਾਤਾ ਜੀ ਤੁਹਾਨੂੰ ਕੀ ਚਾਹ। ਮਤਲਬ ਬਜ਼ੁਰਗਾਂ ਦੀ ਸੇਵਾ ਦੇ ਪੱਖ ਵਿੱਚ ਵੀ ਬਹੁਤ ਅੱਗੇ ਸਨ ਬੀਬੀ ਸੁਪਿੰਦਰ ਕੌਰ ਜੀ। ਚਾਹੇ ਉਹ ਕਿੰਨੀ ਵੱਡੀ ਪੋਸਟ ਤੇ ਗਏ ਨੇ, ਲੇਕਿਨ ਉਹਨੇ ਘਰ ਨੂੰ ਵੀ ਬਰਕਰਾਰ ਸੇਵਾ ਦੇ ਪੱਖ ਵਿੱਚ, ਜੀ ਉਹ ਘਰ ਤੋਂ ਸੇਵਾ ਉਹਨਾਂ ਨੇ ਸ਼ੁਰੂ ਕੀਤੀ। ਬਹੁਤ ਵਧੀਆ ਉਹਨਾਂ ਨੇ ਸੇਵਾ ਦੇ ਪੱਖ ਵਿੱਚ ਅੱਗੇ ਸੀ ਨੇ। ਬਸ ਇਹ ਜਿਹੜਾ ਦਰਦ ਹੈ ਬਹੁਤ ਲੱਗਦਾ ਹੈ। ਲੇਕਿਨ ਜੋ ਸਾਡੀਆਂ ਬੀਬੀਆਂ ਨੇ, ਔਰਤਾਂ ਨੇ, ਉਹਨਾਂ ਨੂੰ ਬੀਬੀ ਸੁਪਿੰਦਰ ਕੌਰ ਦੇ ਜੀਵਨ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਦੇਖੋ ਕਿੰਨੀ ਸੇਵਾ ਉਹ ਕਰ ਰਹੇ ਸਨ, ਹੈਨਾ, ਕਿੰਨੀ ਸੇਵਾ ਕਰਦੇ। ਦੇਖੋ ਕਿਰਤ ਕਰਨੀ ਬਹੁਤ ਜ਼ਰੂਰੀ ਹੈ। ਕਿਰਤ ਜੀ ਉਹਨਾਂ ਨੇ ਕਿਰਤ ਕੀਤੀ, ਪਰ ਉਸ ਵਿਚਾਰੀ ਦਾ ਇਹੀ ਦੋਸ਼ ਸੀ ਕਿ ਮਤਲਬ ਭਾਵੇਂ ਕੋਈ ਬਹਾਨਾ ਜੇ ਕੁਝ ਵੀ ਅਸੀਂ ਕਹੀ ਜਾਈਏ ਕਿ ਜੀ ਉਹਨਾਂ ਨੇ ਝੰਡਾ ਚਲਾਇਆ ਜਾਂ ਕੁਝ 15 ਅਗਸਤ, ਇਹ ਤਾਂ ਕੋਈ ਗੱਲ ਹੀ ਨਹੀਂ। ਕਿਉਂਕਿ ਇਹ ਦੇਖੋ ਜਿਹੜਾ ਬੰਦਾ ਕਿਰਤ ਕਰਿਆ, ਜੇ ਗਵਰਨਮੈਂਟ ਦਾ ਆਰਡਰ ਹੈ, ਕੁਝ ਅਸੂਲ ਹੋਣੇ ਨੇ ਉਹਨਾਂ ਨੂੰ, ਕਿਉਂਕਿ ਜੋ ਬੋਸ ਹੋਣੇ ਉਹਨਾਂ ਦੀ ਗੱਲ ਵੀ ਮੰਨਣੀ ਹੈ। ਹੁਣ ਬਾਕੀ ਸਾਰਿਆਂ ਨੇ ਕੀਤਾ, ਇਹ ਕੱਲੀ ਨਹੀਂ ਸੀ। ਪਰ ਇਹ ਮੌਤ ਅਟਲ ਸਚਾਈ ਸੀ, ਘਟਨਾ ਵਾਪਰੀ, ਕਿੰਨੇ ਬੰਦਿਆਂ ਨੇ ਇਹ ਝੰਡੇ ਚੜਾਏ ਹੋਣੇ, ਪਰ ਉਹ ਵਿਚਾਰੀ ਟਾਰਗੇਟ ਹੋ ਗਈ। ਉਸਦੀ ਮੌਤ ਉਸ ਸਮਾਨੀਅਤ ਸੀ, ਇੱਕ ਬਹਾਨਾ ਬਣਿਆ ਜੋ ਕਿ ਉਸਦੇ ਬਿਲਕੁਲ ਗੁਣ ਜੋ ਨੇ, ਉਸਦੇ ਜੋ ਗੁਣ ਨੇ ਉਹ ਉਜਾਗਰ ਹੋ ਕੇ ਸਾਹਮਣੇ ਆਏ, ਹੈ ਨਾ। ਬੀਬੀਆਂ ਨੂੰ ਜੀ ਇਹ ਪਤਾ ਚੱਲਿਆ ਕਿ ਸੁਪਿੰਦਰ ਕੌਰ ਕੌਣ ਸੀ। ਦੇਖੋ ਨਾਮ ਤੋਂ ਕਿੰਨਾ ਸੀ ਟਪਲਾਉਂਦੇ ਸਾਂ, ਕੋਈ ਸਤਿੰਦਰ ਕਹਿ ਰਿਹਾ ਸੀ, ਕੋਈ ਸੁਲਿੰਦਰ ਕਹਿ ਰਿਹਾ ਸੀ, ਜੀ ਲੇਕਿਨ ਜੀ ਪਰਫੈਕਟ ਨਾਮ ਬਾਅਦ ਵਿੱਚ ਹੀ ਪਤਾ ਚੱਲਿਆ ਕਿ ਸੁਪਿੰਦਰ ਕੌਰ ਨੇ, ਹੈਨਾ। ਜੀ ਤੇ ਕਿੰਨੀ ਸਾਨੂੰ ਪੜਚੋਲ ਕਰਨੀ ਪਈ ਕਿ ਸੁਪਿੰਦਰ ਕੌਣ ਸੀ, ਉਹਦੇ ਵਿੱਚ ਗੁਣ ਕਿੰਨੇ ਸਨ, ਹੈਨਾ। ਤੇ ਈਦਗਾਹ ਜਦੋਂ ਉਹਨਾਂ ਦੀ ਡਿਊਟੀ ਸੀ, ਕਹਿੰਦੇ ਨੇ ਕਿ 2 ਹੀ ਸਾਲ ਹੋਏ ਉਹਨਾਂ ਨੂੰ ਉੱਥੇ ਗਏ ਦਿਆਂ,
ਉੱਥੇ ਜਿਹੜੀ ਡਿਊਟੀ ਉਹਨਾਂ ਦੀ 2 ਹੀ ਸਾਲ ਤੋਂ ਗਏ ਨੇ। ਬਾਕੀ ਜੋ ਇਧਰ ਬਡਗਾਮ ਜਾਂ श्रीनगर ਦੇ ਇਸੇ ਇਲਾਕੇ ਵਿੱਚ ਸਨ ਤੇ ਈਦਗਾਹ 2 ਹੀ ਸਾਲ ਹੋਏ ਨੇ ਉਹਨਾਂ ਨੂੰ। ਤੇ ਸਕੂਲ ਦੇ ਵਿੱਚ ਉਹਦਾ ਅਧਿਆਪਕਾਂ ਦੇ ਨਾਲ ਵੀ ਬਹੁਤ ਪਿਆਰ ਸੀ, ਆਪਸੀ ਪਿਆਰ ਸੀ, ਕਿਉਂਕਿ ਬੜੀ ਸੇਵਾ ਵਿੱਚੋਂ ਹੋਰ ਵੀ ਕੁਝ ਜਿਹੜੀਆਂ ਹਾਲਾਤ ਤੱਕ ਸਾਨੂੰ ਨਹੀਂ ਪਤਾ ਚੱਲ ਰਹੀਆਂ ਆਪਣੇ ਪਰਿਵਾਰ ਦੇ ਵਿੱਚ। ਕਿਉਂਕਿ ਬੀਬੀ ਰਾਜਵੀਰ ਕੌਰ ਉਹਨਾਂ ਦੇ ਜੋ ਮਾਮੇ ਦੀ ਲੜਕੀ ਹੈ ਉਹਨੇ ਸਾਰਾ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਵਿੱਚ, ਚਾਹੇ ਪੇਕਾ ਹੋਏ ਸਹੁਰਾ ਪਰਿਵਾਰ ਹੈ, ਕਿਸੇ ਦਾ ਵਿਆਹ ਹੋਵੇ ਕੁਝ ਹੋਵੇ, ਉਹ ਬੜੀ ਹਮਦਰਦੀ ਪੈਦਾ ਕਰਦੇ ਸਨ ਪਰਿਵਾਰ ਦੇ ਵਿੱਚ। ਦੇਖੋ ਉਸ ਦਾ ਕਿੰਨਾ ਘਾਟਾ ਪਿਆ ਪਰਿਵਾਰ ਦੇ ਸਾਕ ਸੰਬੰਧੀਆਂ ਨੂੰ। ਦੂਰ ਦੇ ਜਿਹੜੇ ਹਾਲਾਂ ਕਈ ਹੋਰ ਹੋਣੇ ਜਿਨ੍ਹਾਂ ਦੀ ਸੇਵਾਵਾਂ ਦਾ ਸਾਨੂੰ ਪਤਾ ਹੀ ਨਹੀਂ ਤੇ ਕਿੰਨੀ ਉਹ ਸੇਵਾ ਦਾ ਪੱਖ ਵਿੱਚ ਅੱਗੇ ਸਨ। ਤੋ ਇਹ ਸੇਵਾਵਾਂ ਜਿਹੜੀਆਂ ਸਾਨੂੰ ਇਸ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਇਹ ਉਜਾਗਰ, ਇਹ ਚੇਤਾਵਨੀ ਦਿੰਦੀਆਂ ਨੇ ਕਿ ਸਾਨੂੰ ਸੇਵਾਵਾਂ ਵਿੱਚ ਹਮੇਸ਼ਾ ਹਰਦਮ ਤਿਆਰ ਰਹਿਣਾ ਚਾਹੀਦਾ ਹੈ। ਬਿਲਕੁਲ ਸੁਪਿੰਦਰ ਕੌਰ ਜੈਸੀ ਲੇਡੀ ਬਣ ਕੇ ਅਗਰ ਕਿਰਤ ਕੀਤੀ ਹੈ ਤੇ ਕਿਰਤ ਆਪਣਾ ਜਿਹੜਾ ਹਿੱਸਾ ਹੈ, ਜੋ 10ਵਾਂ ਹਿੱਸਾ ਮਹਾਰਾਜ ਨੇ ਕਿਹਾ, ਉਸ ਨੂੰ ਬਰਾਬਰ ਬਿਲਕੁਲ ਉਸ ਨੂੰ ਕੱਢਦੇ ਸਨ, ਕੱਢ ਕੇ ਉਹ ਇਹਨਾਂ ਸੇਵਾਵਾਂ ਨੂੰ। ਤੇ ਅੱਜ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਇੱਕ, ਜਿੱਥੇ ਉਹਨਾਂ ਨੇ ਆਪਣੇ ਗੁਣਾਂ ਨੂੰ ਉਜਾਗਰ ਕੀਤਾ, ਉੱਥੇ ਆਪਣੇ ਪਰਿਵਾਰ ਦੇ ਗੁਣ ਉਹਨਾਂ ਦੇ ਵੀ ਉਜਾਗਰ ਹੋਏ। ਕਿੰਨਾ ਚੰਗਾ ਪਰਿਵਾਰ ਸੀ, ਅੱਛਾ ਪਰਿਵਾਰ ਹੈ। ਦੇਖੋ ਵੀਰ ਜੀ ਕਿੰਨੀ ਸੇਵਾ ਕਰਦੇ ਨੇ, ਕਿਵੇਂ ਕਰਦੇ ਨੇ। ਉਹਨੇ ਸੇਵਾ ਦਾ ਪੱਖ ਕਿੱਥੋਂ ਸਿੱਖਿਆ? ਘਰ ਤੋਂ ਸਿੱਖਿਆ। ਦੇਖੋ ਅੱਜ ਤੇ ਇੰਨੀ ਵੱਡੀ ਬੁੱਕ ਕਰਨੀ, ਫਿਰ ਇੰਨੀਆਂ ਬੁੱਕਾਂ ਵੰਡਣੀਆਂ। ਵੀਰ ਜੀ ਸੇਵਾ ਚ ਲੱਗੇ ਹੋਏ ਨੇ, ਲਿਖਣਾ, ਬੈਠ ਕੇ ਛੋਟਾ ਛੋਟਾ ਲਿਖਣਾ, ਫਿਰ ਪੂਰਾ ਬੇਰਵਾ ਦੇਣਾ। ਇੱਕ ਮਤਲਬ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਤਲਬ ਦੇਣਾ। ਦੇਖੋ ਇਹ ਕਸ਼ਮੀਰ ਦੇ ਵਿੱਚ ਪਹਿਲੇ ਵੀਰ ਜੀ ਨੇ, ਕਸ਼ਮੀਰ ਦੇ ਵਿੱਚ ਮੈਨੂੰ ਲੱਗਦਾ ਵੀਰ ਮੰਗਤ ਸਿੰਘ ਜੀ ਹੀ ਐਸੀ ਮਤਲਬ ਉਹ ਬੰਦੇ ਨੇ ਜਿਨ੍ਹਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਪੜਚੋਲ ਕਰਕੇ ਤੇ ਇੱਕ ਬੰਦਿਆਂ ਤੱਕ ਪਹੁੰਚਾਇਆ। ਰਹਾਉ ਦੀ ਪੰਕਤੀ, ਰਮਨ ਜੀ ਮੈਂ ਤੁਹਾਨੂੰ ਇੱਕ ਵਾਰ ਇਹ ਵੀ ਦੱਸਾਂ, ਰਹਾਉ ਦੀ ਪੰਕਤੀ ਇੱਕ ਰਾਗੀਆਂ ਲਈ, ਇੱਕ ਪ੍ਰਚਾਰਕ ਲਈ, ਕਥਾਵਾਚਕ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਰਹਾਉ ਦੀ ਪੰਕਤੀ ਸਾਡਾ ਸੈਂਟਰ ਆਈਡੀਆ ਤੇ ਉਹਨਾਂ ਨੇ ਬਿਲਕੁਲ ਕਲੀਅਰ ਕਰਕੇ ਹਵਾਲੇ ਕਰ ਦਿੱਤੀ, ਬਿਲਕੁਲ ਤਿਆਰ ਕਰਕੇ ਕਿ ਤੁਹਾਨੂੰ ਢੂੰਡਣ ਦੀ ਲੋੜ ਨਹੀਂ, ਇਹ ਰਹਾਉ ਫੜ ਲਓ ਤੇ ਇਸ ਨੂੰ ਆਧਾਰ ਬਣਾ ਲਓ, ਹੈਨਾ। ਤੇ ਹੁਣ ਦੇਖੋ ਵੀਰ ਜੀ ਅੱਗੇ ਕਰਨ ਜਾ ਰਹੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਰਹਾਉ ਦੀਆਂ ਪੰਕਤੀਆਂ ਨੇ, ਉਹਨਾਂ ਦੇ ਵਿਸ਼ੇ ਵੀ ਤਿਆਰ ਕਰਕੇ ਜਾਣ ਲੈਣੇ, ਸ਼ਬਦ ਦਿਖਾਣਗੇ, ਵਿਸ਼ਾ ਕਿਹੜਾ ਕਰਨਾ ਹੈ। ਦੇਖੋ 85 ਏਜ ਹੋਵੇ, ਜਿਸ ਪਰਿਵਾਰ ਵਿੱਚ ਇੰਨੀ ਵਰਖਾ ਗੁਰਬਾਣੀ ਦੀ, ਉਸ ਪਰਿਵਾਰ ਦੀ ਨੂੰ ਤੇ ਉਹ ਤੇ ਫੁੱਲ ਸੀ ਸਮਝੋ। ਬਹਿ ਕੇ ਮਕਰੰਦ ਉਹਨਾਂ ਨੇ ਬੁੱਕ ਲਿਖੀ ਹੈ, ਵਾਕਿਆ ਫੁੱਲ ਖੁਸ਼ਬੂ ਉਹਨਾਂ ਦੇ ਪਰਿਵਾਰ ਦੀ ਬਹੁਤ ਖੁਸ਼ਬੂ ਸੀ। ਬਾਕੀ ਇਸ ਜੋ ਦਰਦਨਾਕ, ਅਸੀਂ ਇਹੋ ਕਹਿੰਦੇ ਆ ਕਿ ਇਹ ਦਰਦਨਾਕ ਜੋ ਦਿਸ਼ਾ ਸਾਡੇ ਸਾਹਮਣੇ ਨਿਕਲ ਕੇ ਆਈ ਹੈ, ਜੋ ਸਾਨੂੰ ਮਤਲਬ ਇਸ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਪਰ ਕਰਨਾ ਹੈ, ਇਸ ਨੂੰ ਬਰਦਾਸ਼ਤ ਕਰਨਾ ਹੈ। ਕਿਉਂਕਿ ਬਰਦਾਸ਼ਤ ਕਰਾਂਗੇ ਤੇ ਬਾਕੀਆਂ ਉਹਨਾਂ ਨੇ ਅੱਜ ਸੰਸਾਰ ਸਮਾਜ ਦੇ ਵਿੱਚ ਇਸ ਚੀਜ਼ ਨੂੰ ਉਜਾਗਰ ਕੀਤਾ। ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕੀ ਸੁਪਿੰਦਰ ਕੌਰ ਨੂੰ ਯਾਦ ਕਰਦੇ। ਕਿੰਨੀ ਕੁਝ ਮਰਨਾ ਸਾਰਿਆਂ ਨੇ ਹੈ, ਪਰ ਕੁਝ ਐਸੇ ਮੌਤ ਹੁੰਦੀ ਹੈ ਨਾ, ਜਿਸ ਮੌਤ ਨੂੰ ਦੁਨੀਆ ਰਹਿੰਦੇ ਦਮ ਤੱਕ ਯਾਦ ਰੱਖਦੀ ਹੈ। ਬਿਲਕੁਲ ਭੈਣ ਜੀ, ਇੱਥੇ ਨਾ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਇੱਕ ਜੋ ਕਿਸੇ ਨੇ ਬੜਾ ਸੋਹਣਾ ਲਿਖਿਆ ਸੀਗਾ ਕਿ ਜਦੋਂ ਮੇਰੇ ਮਰਨ ਦੇ ਬਾਅਦ, ਜਦੋਂ ਮੈਨੂੰ ਸਿਵਿਆਂ ਵੱਲ ਨੂੰ ਲੈ ਕੇ ਜਾਣਗੇ ਨਾ, ਤੇ ਮੇਰੇ ਪਿਛਲਾ ਇਕੱਠ ਦੱਸੇਗਾ ਕਿ ਮੈਂ ਜ਼ਿੰਦਗੀ ਵਿੱਚ ਕੀ ਕਮਾ ਕੇ ਗਿਆ ਤੇ ਕੀ ਛੱਡ ਕੇ ਗਿਆ। ਉਹ ਭੈਣ ਸੁਪਿੰਦਰ ਕੌਰ ਦੇ ਪਿਛਲਾ ਇਕੱਠ ਦੱਸ ਰਿਹਾ ਸੀਗਾ ਕਿ ਕੀ ਸਨ ਭੈਣ ਸੁਪਿੰਦਰ ਕੌਰ। ਔਰ ਕੋਈ ਵੀ ਉੱਥੇ ਇਹ ਨਹੀਂ ਸੀਗਾ ਕਿ ਕੋਈ ਵੈਸੇ ਦੇਖਣ ਆਇਆ ਹੋਵੇ, ਕਿਉਂਕਿ ਅਸੀਂ ਵੀਡੀਓਜ਼ ਦੇਖੀਆਂ, ਹਰ ਇੱਕ ਇਨਸਾਨ ਦੇ ਵਿੱਚ ਨਾ ਉੱਤੇ ਇੱਕ ਵੱਖਰਾ ਜਜ਼ਬਾ ਵੀ ਦਿਖ ਰਿਹਾ ਸੀ ਔਰ ਇੱਕ ਦੁੱਖ ਵੀ ਦਿਖ ਰਿਹਾ ਸੀ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਾਂ, ਮੈਂ ਨਾ ਲਾਈਵ ਉੱਥੋਂ ਸਾਡੇ ਇੱਕ ਬਾਣੀ ਤੇ ਚੱਲ ਰਿਹਾ ਸੀਗਾ ਤੇ ਇੰਨੀਆਂ ਮੈਂ ਇਮੋਸ਼ਨਲ ਹੋ ਗਈ ਸੀ ਉਦੋਂ। ਭੈਣ ਸੁਪਿੰਦਰ ਕੌਰ ਹੋਣਾ ਜੀ ਦਾ ਬੇਟਾ, ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਜਦੋਂ ਸਾਰੇ ਜਿਹੜੇ ਨਾਰੇ ਲਗਾ ਰਹੇ ਸੀ ਕਿ ਵੀ ਵਾਂਟ ਜਸਟਿਸ, ਤਾਂ ਉਹ ਬੇਟਾ ਵੀ ਅੱਗੇ ਹੋ ਕੇ ਨਾਰੇ ਲਗਾ ਰਹੇ ਸੀ। ਤਾਂ ਉਹ ਇੱਕ ਮੂਮੈਂਟ ਐਸਾ ਸੀਗਾ ਕਿ ਜਿਹੜਾ ਉਦੋਂ ਕੈਪਚਰ ਹੋ ਗਿਆ ਤੇ ਮਤਲਬ ਜਿਹਨੇ ਸਾਰਿਆਂ ਨੂੰ ਹੀ ਅੰਦਰੋਂ ਹਨਾ ਝੰਜੋੜ ਕੇ ਰੱਖ ਦਿੱਤਾ ਕਿ ਅੱਜ ਇਹ ਬੱਚਾ ਅੱਜ ਆਪਣੀ ਮਾਂ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ। ਤਾਂ ਲੇਕਿਨ ਉਸ ਬੱਚੇ ਦੇ ਲਈ ਉਹ ਮਾਂ ਇਹ ਛੱਡ ਕੇ ਗਈ ਹੈ ਕਿ ਤੂੰ ਮਤਲਬ ਪਿੱਛੇ ਮੁੜ ਕੇ ਉਹ ਬੱਚਾ ਦੇਖੇ ਕਿ ਅੱਜ ਮੇਰੇ ਨਾਲ ਕਿੰਨੀ ਦੁਨੀਆ ਖੜੀ ਹੋਈ ਹੈ। ਇਹ ਭੈਣ ਸੁਪਿੰਦਰ ਕੌਰ ਖੱਟ ਕੇ ਗਏ ਨੇ ਇਸ ਦੁਨੀਆਦਾਰੀ ਤੋਂ, ਇਸ ਦੁਨੀਆ ਦੇ ਵਿੱਚ ਵਿਚਰਦੇ ਹੋਏ। ਤਾਂ ਮਤਲਬ ਬਹੁਤ ਵਧੀਆ ਲੱਗਿਆ ਜਿੱਦਾਂ ਤੁਸੀਂ ਉਹਨਾਂ ਦੇ ਪਰਿਵਾਰ ਦੇ ਬਾਰੇ ਵੀ ਸਾਂਝ ਕੀਤੀ ਹੈ। ਦੇਖੋ ਅਗਰ ਪਰਿਵਾਰ ਦੇ ਵਿੱਚ ਇੰਨਾ ਹਨਾ ਗੁਰਸਿੱਖੀ ਵਾਲਾ ਜੀਵਨ, ਗੁਰਬਾਣੀ ਦਾ ਪਰਵਾਹ, ਇੰਨੀ ਸਹਿਜਤਾ, ਇੰਨੀ ਸਰਲਤਾ, ਇੰਨਾ ਠਹਿਰਾਓ ਤਾਂ ਹੀ ਸੀ ਕਿਉਂਕਿ ਸਾਰਿਆਂ ਦੀ ਇੱਕ ਨਾ ਪੋਜ਼ਿਟਿਵ ਸੋਚ ਸੀ। ਕਹਿੰਦੇ ਨੇ ਨਾ ਜਦੋਂ ਕਿਤੇ ਪੋਜ਼ਿਟਿਵ ਸੋਚ ਹੋਵੇ ਤਾਂ ਤੁਹਾਨੂੰ ਆਊਟਪੁੱਟ ਵੀ ਪੋਜ਼ਿਟਿਵ ਹੀ ਆਉਂਦੀ ਹੈ। ਉਸ ਪਰਿਵਾਰ ਦੇ ਵਿੱਚ ਪੋਜ਼ਿਟਿਵਿਟੀ ਸੀ
ਉਹ ਭੈਣ ਸਾਰਿਆਂ ਨੂੰ ਪੋਜ਼ਿਟਿਵਿਟੀ ਦੇ ਕੇ ਗਏ, ਪਰਿਵਾਰ ਨੇ ਪੋਜ਼ਿਟਿਵਿਟੀ ਦਿੱਤੀ, ਅੱਗੇ ਪੋਜ਼ਿਟਿਵ ਸੋਚ ਲੈ ਕੇ ਚੱਲ ਰਹੇ ਨੇ। ਬਿਲਕੁਲ ਆਪ ਬਿਲकुल ਜੀ ਸਾਰੇ ਇੱਕ ਬਹੁਤ ਹੀ ਅੱਛੇ ਪੋਜ਼ਿਟਿਵ ਲੋਕ ਆਪਸ ਦੇ ਵਿੱਚ ਹਨਾ ਜੁੜੇ ਹੋਏ ਹੋ। ਤਾਂ ਮੈਨੂੰ बिल्कुल ਬੜਾ ਵਧੀਆ ਜਿਹਾ ਏਦਾਂ ਲੱਗਿਆ ਕਿ ਦੁੱਖ ਵੀ ਸੀ ਭੈਣ ਸੁਪਿੰਦਰ ਕੌਰ ਹੋਣਾ ਬਾਰੇ, ਦੁੱਖ ਵੀ ਹੈ ਕਿ ਕਿਉਂ ਚਲੇ ਗਏ, ਲੇਕਿਨ ਇੱਕ ਇਹ ਵੀ ਹੁਣ ਇੱਕ ਦਿਲ ਨੂੰ ਇਹ ਹੌਸਲਾ ਹੁੰਦਾ ਕਿ ਨਹੀਂ, ਅਗਰ ਜ਼ਿੰਦਗੀ ਦੇ ਵਿੱਚ ਕੁਛ ਕਰੇ ਨਾ ਕੋਈ, ਅਗਰ ਆਪਾਂ ਕਹਿੰਦੇ ਨੇ ਨਾ ਔਰਤਾਂ ਕਿਸੇ ਨਾਲੋਂ ਘੱਟ ਨਹੀਂ ਹੈ ਸਾਡੀਆਂ ਬੱਚੀਆਂ, ਤਾਂ ਪੂਰਾ ਇੱਕ ਜਜ਼ਬਾ ਸਿੱਖ ਲੈਣਾ ਚਾਹੀਦਾ ਭੈਣ ਸੁਪਿੰਦਰ ਕੌਰ ਹੋਣਾ ਤੋਂ ਔਰ ਉਹਨਾਂ ਦੇ ਪਰਿਵਾਰ ਤੋਂ। ਬਿਲਕੁਲ बिल्कुल बिल्कुल हाँ जी हाँ जी ਤੇ बहुत ਹੁਣ ਜੀ हाँ जी हाँ जी। देखो सुपिंदर कौर ने एक मतलब एक समझो कि जिस तरह एक मोमबत्ती चिराग सारे ਨੂੰ ਰੋਸ਼ਨੀ ਦਿੰਦੀ ਹੈ, ਉਹਨੇ ਜੀ ਇੱਕ ਰੋਸ਼ਨੀ ਦਿੱਤੀ ਸਾਰਿਆਂ ਨੂੰ। ਭੈਣ ਹਮ ਸੁਪਿੰਦਰ ਕੌਰ ਨੇ ਇੱਕ ਰੋਸ਼ਨੀ ਦਿੱਤੀ ਸਾਰਿਆਂ ਨੂੰ ਕਿ ਦੇਖੋ ਸਿੱਖ ਲੋ ਕਿ ਸਿਰਫ ਆਪਣਿਆਂ ਲਈ ਨਹੀਂ, ਸਰਬਤ ਦੇ ਭਲੇ ਲਈ ਉਸਨੇ ਉਸ ਜੀ ਪੈਗਾਮ ਨੂੰ, ਸਰਬਤ ਦੇ ਭਲੇ ਦੇ ਪੈਗਾਮ ਨੂੰ ਦੁਨੀਆ ਤੇ ਵਰਲਡ ਤੱਕ ਪਹੁੰਚਾਇਆ ਹਮ ਪਹੁੰਚਾਇਆ। ਠੀਕ ਹੈ ਨਾ, ਇਹ ਉਹਨਾਂ ਦੀ ਬਹੁਤ ਦੇਣ ਹੈ। ਤੇ ਬਾਕੀ ਇਹ ਚੀਜ਼ ਹੈ ਕਿ ਮੈਂ ਦੁਹਰਾਵਾਂ ਕਿ ਜੋ ਬੱਚਿਆਂ ਦੀ ਮਾਂ, ਬੱਚੇ ਦੀ ਮਾਂ परमात्मा वाहिगुरु जी आप मलम लगाणगे, है ना। दर्द भी ਉਹੀ ਦਿੰਦੇ ਨੇ ਕਿਉਂਕਿ ਭਾਈ ਕਨਈਆ ਜੀ ਨੂੰ ਗੁਰੂ ਪਾਤਸ਼ਾਹ ਨੇ ਕਿਹਾ ਸੀ ਦਰਦੀਆਂ ਨੂੰ ਦਰਦ ਵੀ ਦੇਣਾ ਨਾਲ ਮਲਮ ਵੀ ਦੇਣੀ ਹੈ। ਸਾਨੂੰ ਪੈਗਾਮ ਹੈ ਨਾ, ਭਾਈ ਕਨਈਆ ਜੀ ਦੇ ਜੀਵਨ ਤੋਂ ਅਸਾਂ ਸੇਧ ਲੈਣੀ ਚਾਹੀਦੀ ਹੈ। ਤੇ ਬਾਕੀ ਬੱਚਿਆਂ ਦੀ, ਲੇਕਿਨ ਉਹਨਾਂ ਬੱਚਿਆਂ ਨੂੰ ਵੀ ਯਾਦ ਰਹਿ ਗਿਆ ਇਹ ਚੀਜ਼, ਰਹਿੰਦੇ ਦਮ ਤਾਂ ਯਾਦ ਰਹੀ ਕਿ ਸਾਡੀ ਮਾਂ ਦੇ ਪਿੱਛੇ ਕਿੰਨੀ ਪਬਲਿਕ ਸੀ, ਕਿੰਨੀ ਦੁਨੀਆ ਸੀ। ਮਤਲਬ ਉਹਨਾਂ ਬੱਚਿਆਂ ਨੂੰ ਇਹ ਚੀਜ਼ ਯਾਦ ਰਹੇਗੀ ਕਿ ਸਾਡੀ ਮਾਂ ਕਿੰਨੀ ਚੰਗੀ ਸੀ, ਅਸੀਂ ਕਿਸ ਸੁਚੱਜੀ ਮਾਂ ਦੇ ਬੱਚੇ ਹਾਂ, ਅਸਾਂ ਕਿਵੇਂ ਜੀਣਾ ਹੈ। ਸਾਡੀ ਮਾਂ ਨੇ ਦੇਖੋ ਉਹ ਪੈਗਾਮ ਬੱਚਿਆਂ ਨੂੰ ਯਾਦ ਰਹੇ ਕਿ ਸਾਡੀ ਮਾਂ ਦੀਆਂ ਜੋ ਦੇਣ ਸਨ, ਸੇਵਾਵਾਂ ਸਨ, ਉਹਨਾਂ ਤੋਂ ਅਸੀਂ ਵੀ ਸੇਧ ਲੈਣੀ ਹੈ ਨਾ, ਬੱਚਿਆਂ ਨੇ ਵੀ ਸੇਧ ਬਿਲਕੁਲ ਲੈਣੀ ਹੈ। ਆਪਣੇ ਬੱਚੇ ਨੂੰ ਇੱਕ ਪ੍ਰਾਊਡ ਫੀਲ ਕਰਵਾਤਾ ਭੈਣ ਸੁਪਿੰਦਰ ਕੌਰ ਹੋਣਾ ਨੇ, ਹਨਾ ਮਾਣ ਬਿਲਕੁਲ ਮਹਿਸੂਸ ਆਪਣੀ ਮਾਂ ਨੂੰ। ਬਿਲਕੁਲ ਵੱਡੇ ਹੋਣਗੇ ਉਹ ਇਸ ਸੇਵਾ ਦੇ ਪੱਖ ਵਿੱਚ ਦੇਖੋ ਕਿੰਨੇ ਅੱਗੇ ਦੌੜਨਗੇ, ਕਹਿਣਗੇ ਸਾਡੀ ਮਾਂ ਕਰਦੀ ਸੀ, ਹੈਨਾ। ਮਾਂ ਦੇ ਜੀਵਨ ਚ ਕਿ ਮਾਂ ਬੱਚੇ ਦੀ ਪਹਿਲੀ ਟੀਚਰ ਹੈ। ਜਿੱਥੇ ਉਹਨੇ ਦੁਨੀਆ ਨੂੰ ਦਿਖਾਇਆ ਉੱਥੇ ਆਪਣੇ ਬੱਚਿਆਂ ਨੂੰ ਇੱਕ ਬਹੁਤ ਵੱਡੀ ਅਜਾਤਾ ਛੋਟੇ ਨੇ, ਲੇਕਿਨ ਉਹਨਾਂ ਨੂੰ ਸੇਧ, ਮੈਨੂੰ ਲੱਗਦਾ ਕਿ ਬੱਚੇ ਜਾਗਰੂਕ ਹੋ ਜਾਣਗੇ ਬੜੇ ਜਲਦੀ, ਬਹੁਤ ਜਲਦੀ, ਕਿਉਂਕਿ ਇਹ ਜਿਹੜਾ ਇਕੱਠ ਹੈ, ਜਿਹੜੀ ਏਕਤਾ ਹੈ, ਇਹ ਜਿਹੜੀ ਬੱਚਿਆਂ ਨੂੰ ਬਹੁਤ ਪਾਵਰ, ਬੱਚਿਆਂ ਨੂੰ ਬੜੀ ਹਿੰਮਤ ਦੇਵੇਗੀ। ਬਿਲਕੁਲ ਤੇ ਅਸੀਂ ਭੈਣ ਜੀ, ਇੱਥੇ ਮੈਂ ਨਾ ਇੱਕ ਮੈਸੇਜ ਜ਼ਰੂਰ ਪੜ੍ਹਨਾ ਚਾਹਾਂਗੀ। ਵੀਰ ਹਰਮੀਤ ਸਿੰਘ ਜੀ ਖਾਲਸਾ ਬੜੇ ਭਾਵਪੂਰਵਕ ਲਿਖ ਰਹੇ ਨੇ, ਉਹਨਾਂ ਨੇ ਲਿਖਿਆ ਕਾਫੀ, ਮੈਂ ਜ਼ਰੂਰ ਚਾਹਾਂਗੀ ਕਿ ਮੈਂ ਪੜ੍ਹਾਂ, ਹਨਾ ਕਿ ਇੱਕ ਹੁੰਦਾ ਭਾਵਨਾਵਾਂ ਹੁੰਦੀਆਂ ਹਰ ਇੱਕ ਇਨਸਾਨ ਦੀਆਂ। ਹਰਮੀਤ ਸਿੰਘ ਜੀ ਖਾਲਸਾ ਤੇ ਲਿਖ ਰਹੇ ਨੇ ਕਿ ਅਕਾਲ ਪੁਰਖ ਸੁਪਿੰਦਰ ਕੌਰ ਹੋਣਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੁਪਿੰਦਰ ਕੌਰ ਬਹੁਤ ਹੀ ਸੁਚੱਜੇ ਤੇ ਸੇਵਾ ਦੇ ਪੱਖ ਵਿੱਚ ਸਭ ਤੋਂ ਅੱਗੇ ਸਨ। ਜਿੱਥੇ ਉਹਨਾਂ ਦੀ ਮੌਤ ਦਾ ਸਭ ਨੂੰ ਦੁੱਖ ਹੈ, ਜਿਹੜਾ ਦੁੱਖ ਨਾ ਭੁੱਲਣ ਵਾਲਾ ਹੈ, ਪਰ ਅੱਜ ਉਹਨਾਂ ਦੀਆਂ ਸੇਵਾਵਾਂ ਸੰਸਾਰ ਵਿੱਚ ਉੱਭਰ ਕੇ ਸਾਹਮਣੇ ਆਈਆਂ ਨੇ। ਉਹ ਬੀਬੀ ਹਰ ਸੇਵਾ ਵਿੱਚ ਅੱਗੇ ਸਨ। ਅਕਾਲ ਪੁਰਖ ਦਾ ਇੱਕ ਐਸਾ ਭਾਣਾ ਬਣਿਆ ਜਿਨ੍ਹਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਿਲਕੁਲ ਵੀਰ ਜੀ ਹੋਣਾ ਨੇ ਵੀ ਬਿਲਕੁਲ ਦਰੁਸਤ ਗੱਲ ਆਖੀ ਹੈ, ਜਿੱਦਾਂ ਭੈਣ ਜੀ ਆਪ ਜੀ ਹੋਣਾ ਨੇ ਕਿਹਾ। ਸਾਰਿਆਂ ਦੀ ਇਸ ਸਮੇਂ ਕਸ਼ਮੀਰ ਦੇ ਵਿੱਚ ਜਿੰਨੇ ਵੀ ਹਨਾ ਪ੍ਰਚਾਰਕ ਸਾਡੇ ਸਿੱਖ ਭਾਈਚਾਰਾ ਜਾਂ ਹੋਰ ਵੀ ਕਮਿਊਨਿਟੀਜ਼ ਬੈਠੀਆਂ ਰਹਿ ਰਹੀਆਂ ਨੇ, ਸਾਰੇ ਇਹੀ ਗੱਲ ਸੋਚ ਰਹੇ ਨੇ, ਹਨਾ ਕਿ ਜਿੱਦਾਂ ਆਪ ਜੀ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਕਿ ਇੱਕ ਦਿਲ ਨੂੰ ਛੂਹ ਗਈਆਂ ਨੇ ਕਿ ਨਹੀਂ, ਸਿਰਫ ਇੱਕ ਪੱਖ ਨਹੀਂ, ਭੈਣ ਸੁਪਿੰਦਰ ਕੌਰ ਹੋਣੀ ਬਹੁਤ ਕੁਝ ਛੱਡ ਕੇ ਗਏ ਨੇ। ਆਪਾਂ ਇਹ ਨਹੀਂ ਸੋਚਣਾ ਕਿ ਉਹ ਸਾਡੇ ਵਿੱਚ ਚਲੇ ਗਏ ਨੇ ਤੇ ਸਾਨੂੰ ਬਹੁਤ ਮਤਲਬ ਹਨਾ ਸਾਰੇ ਹੀ ਬਹੁਤ ਜ਼ਿਆਦਾ ਹਰਟ ਹੋਏ ਨੇ, ਸਾਰਿਆਂ ਨੂੰ ਦੁੱਖ ਆ, ਲੇਕਿਨ ਭੈਣ ਸੁਪਿੰਦਰ ਕੌਰ ਸਾਡੇ ਦਿਲਾਂ ਦੇ ਵਿੱਚ ਵਸ ਕੇ ਗਏ ਨੇ, ਸਾਡੇ ਦਿਲਾਂ ਦੇ ਵਿੱਚ ਜਾਂਦੀ ਵਾਰ ਇੱਕ ਸਟੈਂਪ ਲਗਾ ਗਏ ਨੇ। ਬਿਲਕੁਲ 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 ਹਾਂਜੀ ਹਾਂਜੀ, ਸਟੈਂਪ ਲਗਾ ਗਏ ਬਿਲਕੁਲ ਨੇ। ਦੁਨੀਆ ਨੂੰ ਇੱਕ ਬਹੁਤ ਵਧੀਆ ਮਤਲਬ ਇੱਕ ਪੈਗਾਮ ਦੇ ਕੇ ਗਏ ਨੇ ਦੁਨੀਆ ਨੂੰ, ਪੈਗਾਮ ਦੇ ਕੇ ਕਿ ਸਿੱਖਾਂ ਵਿੱਚ ਸਿਰਫ ਇਹ ਨਹੀਂ ਕਿ ਮੈਲੀ ਕੰਮ ਕਰਦੇ ਨੇ ਜਾਂ ਸਿੰਘੀ ਦੌੜਦੇ ਨੇ, ਪੁਰਾਤਨ ਸਿੰਘਣੀਆਂ ਸੇਵਾ ਕਰਦੀਆਂ, ਪਰ ਅੱਜ ਵੀ ਉਹ ਸਿੰਘਣੀਆਂ ਮੌਜੂਦ ਨੇ, ਅੱਜ ਵੀ ਉਹ ਸਿੰਘਣੀਆਂ ਮੌਜੂਦ ਨੇ ਜਿਹੜੀਆਂ ਕਿ ਸਰਬਤ ਤੇ ਭਲੇ ਗੁਰੂ ਨਾਨਕ ਦੇ ਸਥਾਨ ਤੇ ਪੂਰੀਆਂ ਨਿੱਤਰ ਰਹੀਆਂ ਨੇ ਤੇ ਸੇਵਾ ਦੇ ਪੱਖ ਵਿੱਚ ਹਰਦਮ ਅੱਗੇ। ਬਿਲਕੁਲ ਭੈਣ ਜੀ, ਬਹੁਤ ਵਧੀਆ ਲੱਗਿਆ ਆਪ ਜੀ ਨਾਲ ਗੱਲਬਾਤ ਕਰਕੇ, ਔਰ ਆਪ ਜੀ ਨਾ ਹਮੇਸ਼ਾ ਹੀ ਬਹੁਤ ਸਹਿਜਤਾ ਤੇ ਸਰਲਤਾ ਦੇ ਨਾਲ ਬੜੇ ਠਹਿਰਾਓ ਜੇ ਨਾਲ ਗੱਲ ਕਰਦੇ ਹੋ, ਵਧੀਆ ਲੱਗਦਾ ਹੁੰਦਾ। ਮੈਂ ਬੜਾ ਇੰਤਜ਼ਾਰ ਕਰ ਰਹੀ ਸੀ, ਸਮਾਂ ਨੋਟ ਕਰ ਰਹੀ ਸੀ ਕਿ ਕਦੋਂ ਹਨਾ ਸਮਾਂ ਨੇੜੇ ਆਵੇ ਮੈਂ ਭੈਣ ਜੀ ਹੋਣਾ ਦੇ ਨਾਲ ਗੱਲ ਕਰਾਂ। ਤੇ ਔਰ ਮੈਂ ਅਖੀਰ ਦੇ ਵਿੱਚ ਜ਼ਰੂਰ ਚਾਹਾਂਗੀ ਕਿ ਤੁਸੀਂ ਸਾਰਿਆਂ ਦੇ ਲਈ ਇੱਕ ਸੁਨੇਹਾ ਵੀ ਜ਼ਰੂਰ ਦਿਓ, ਕਿਉਂਕਿ ਤੁਹਾਡੇ ਸੁਨੇਹੇ ਦੇ ਵਿੱਚ ਵੀ ਬਹੁਤ ਪੋਜ਼ਿਟਿਵਿਟੀ ਵੇਵਸ ਹੁੰਦੀਆਂ ਨੇ।
ਹਾਂਜੀ ਹਾਂਜੀ, ਮੈਂ ਸਾਰਿਆਂ ਨੂੰ ਇਹੀ ਮੈਸੇਜ ਦਿੰਦੀ ਹਾਂ, ਸਾਰਿਆਂ ਨੂੰ ਇਹੀ ਸੁਨੇਹਾ ਦਿੰਦੀ ਹਾਂ ਕਿ ਮੌਤ ਇੱਕ ਅਟਲ ਸੱਚਾਈ ਹੈ, ਇਸ ਨੂੰ ਬਿਲਕੁਲ ਮੰਨ ਕੇ ਚੱਲੋ। ਮੌਤ ਬਹੁਤ ਨਜ਼ਦੀਕ ਹੈ ਤੇ ਕਰ ਲੋ ਕੁਝ ਕਰ ਲੋ ਆਪਣਾ ਜਿੰਦਾ ਰਹਿਣ ਲਈ, ਆਪਣੀਆਂ ਮਤਲਬ ਆਵਾਜ਼ਾਂ ਨੂੰ ਦੁਨੀਆ ਤੱਕ ਪਹੁੰਚਾਉਣ ਲਈ, ਗੁਰੂ ਨਾਨਕ ਦੇ ਪੈਗਾਮ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਇਹ ਇੰਨੀਆਂ ਸੇਵਾਵਾਂ ਤੇ ਪੱਖਾਂ ਨੂੰ ਲੈ ਲਓ, ਜਿਵੇਂ ਕਿ ਭੈਣ ਸੁਪਿੰਦਰ ਕੌਰ ਜੀ ਕਰਦੇ ਸਨ। ਬਾਕੀ ਮੌਤ ਅਟਲ ਸੱਚਾਈ ਹੈ। ਇਹੀ ਅਸੀਂ ਉਸ ਪਰਿਵਾਰ ਨੂੰ ਵੀ ਇਹੀ ਆਖਦੇ ਹਾਂ ਕਿ ਵਾਹਿਗੁਰੂ ਜੀ ਆਪ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਇਸ ਸਦਮੇ ਚ ਆਪਾਂ ਸਾਰੇ ਨਿਕਲੀਏ। ਬਾਕੀ ਜੋ ਕਰਦੇ ਨੇ ਸਜ਼ਾ ਅਸੀਂ ਨਹੀਂ ਦੇ ਸਕਦੇ, ਦੇਣ ਵਾਲਾ ਵਾਹਿਗੁਰੂ ਜੀ ਆਪ ਹੈ। ਮੰਦੇ ਚ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣੋ। ਉਹ ਭਲੇ ਬੁਰੇ ਦੀ ਚੰਗੀ ਤਰ੍ਹਾਂ ਉਹਨੂੰ ਸ਼ਨਾਖਤੀ ਹੈ, ਉਹ ਦੇਖ ਰਿਹਾ ਹੈ। ਕਿਉਂਕਿ ਗੁਰੂ ਨਾਨਕ ਦਾ ਜੋ ਪੈਗਾਮ ਹੈ ਉਹ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਹੈ ਨਾ। ਕਿਉਂਕਿ ਅਸੀਂ ਕਿਸੇ ਨੂੰ ਭਲਾ ਜਾਂ ਬੁਰਾ ਨਹੀਂ ਆਖਣਾ ਹੈ ਤੇ ਇਹੀ ਗੁਰੂ ਨਾਨਕ ਦਾ ਪੈਗਾਮ ਹੈ। ਤੋ ਜੋ ਕਰੇਗਾ ਸੋ ਭਰੇਗਾ। ਵਾਹਿਗੁਰੂ ਜੀ ਉਹਨਾਂ ਦੇ ਮੰਦੇ ਚੰਗੇ ਜੋ ਵੀ ਕਰਮ ਨੇ ਉਹਨਾਂ ਨੂੰ ਵੇਖ ਰਿਹਾ ਹੈ। ਤੇ ਬੀਬੀ ਸੁਪਿੰਦਰ ਕੌਰ ਜੀ ਦੇ ਜੀਵਨ ਤੋਂ ਸਾਰੇ ਆਪਾਂ ਸੇਧ ਲਈਏ ਕਿ ਇਹ ਜੋ ਸੇਵਾਵਾਂ ਨੇ ਇਹ ਗੁਰੂ ਨਾਨਕ ਪਾਤਸ਼ਾਹ ਦਾ ਸਾਨੂੰ ਪੈਗਾਮ ਹੈ। ਇਹਨਾਂ ਸੇਵਾਵਾਂ 'ਚ ਸਾਨੂੰ ਹਮੇਸ਼ਾ ਹਰਦਮ ਭਰਪਕ ਤਿਆਰ ਰਹਿਣਾ ਚਾਹੀਦਾ ਹੈ। ਜੀ ਭੈਣ ਜੀ, ਬਿਲਕੁਲ ਬਹੁਤ ਵਧੀਆ ਸੁਨੇਹਾ ਵੀ ਤੁਸੀਂ ਦਿੱਤਾ ਹੈ ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜੋ ਆਪ ਜੀ ਨੇ ਬਹੁਤ ਹੀ ਕੀਮਤੀ ਔਰ ਜ਼ਰੂਰੀ। ਜੀ 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 ਭੈਣ ਜੀ। ਬਾਕੀ ਵੀਰ ਮੰਗਤ ਸਿੰਘ ਜੀ ਵੀਰ ਜੀ ਨੇ ਸਿੱਖ ਮਿਸ਼ਨਰੀ ਕਾਲਜ ਦੇ ਸੀਨੀਅਰ ਵੀਰ, ਜਿਨ੍ਹਾਂ ਦੀ ਬਹੁਤ ਦੇਣ ਹੈ। ਮੈਂ ਆਪਣੇ ਵੱਲੋਂ ਵੀਰ ਜੀ ਨੂੰ ਜ਼ਰੂਰ ਆਪਣੀ ਪੂਰੀ ਸੰਸਥਾ ਵੱਲੋਂ, ਸੰਸਥਾ ਦਾਸ ਦੀ ਸਿਰਫ ਕਸ਼ਮੀਰ ਤੱਕ ਹੀ ਨਹੀਂ ਹੈ, ਪੂਰੇ ਵਰਲਡ ਤੱਕ ਆਪ ਜੀ ਵੇਖਦੇ ਹੋ ਆਨਲਾਈਨ ਸਾਰੇ ਵੀਰ ਭੈਣ, ਅਸੀਂ ਸਾਰੇ ਵੀਰ ਜੀ ਦੇ ਦੁੱਖ ਦੇ ਇਸ ਵੀਰ ਮੰਗਤ ਸਿੰਘ ਜੀ ਦੇ ਅਤੇ ਬੀਬੀ ਸੁਪਿੰਦਰ ਕੌਰ ਦੀ ਪਿਤਾ ਸਰਦਾਰ ਤਰਲੋਕ ਸਿੰਘ ਜੀ ਦੇ ਪਰਿਵਾਰ ਦੇ ਨਾਲ, ਦੋਨਾਂ ਪਰਿਵਾਰਾਂ ਦੇ ਨਾਲ ਅਸੀਂ ਬਰਾਬਰ ਦੇ ਸ਼ਰੀਕ ਹਾਂ। ਅਸੀਂ ਅਰਦਾਸ ਕਰਦੇ ਹਾਂ ਵੀਰ ਜੀ ਆਪਣੀ ਜੋ ਸੇਵਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਨੇ, ਅਰਦਾਸ ਕਰਦੇ ਹਾਂ ਵੀਰ ਜੀ ਕਰਨਗੇ ਜ਼ਰੂਰ। ਵੀਰ ਜੀ ਵਾਹਿਗੁਰੂ ਜੀ ਦੇ ਹੁਕਮ ਦੀ ਜ਼ਰੂਰ ਮਤਲਬ ਹੁਕਮ ਵਿੱਚ ਨੇ, ਮੰਨਦੇ ਨੇ ਕਿ ਮੌਤ ਅਟਲ ਸੱਚਾਈ ਆ, ਅਸੀਂ ਸੇਵਾਵਾਂ ਨੂੰ ਰੋਕਣਾ ਨਹੀਂ। ਵੀਰ ਜੀ ਸੇਵਾ ਕਰਕੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਉਹਨਾਂ ਬੱਚਿਆਂ ਨੂੰ ਵੀ, ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੂੰ, ਜੋ ਬੱਚੇ ਨੇ ਛੋਟੇ ਛੋਟੇ ਉਹਨਾਂ ਤੇ, ਅਤੇ ਜੋ ਰਮੇਸ਼ ਪਾਲ ਸਿੰਘ ਉਹਨਾਂ ਦੇ ਹਸਬੈਂਡ ਨੇ ਬੀਬੀ ਸੁਪਿੰਦਰ ਕੌਰ ਦੇ, ਅਸੀਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਉਹਨਾਂ ਨੂੰ ਹਿੰਮਤ ਬਖਸ਼ੇ ਇਹ ਸਦਮਾ ਬਰਦਾਸ਼ਤ ਕਰਨ ਦਾ, ਤੇ ਬੀਬੀ ਸੁਪਿੰਦਰ ਕੌਰ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਕਮਲਾਂ ਵਿਖੇ ਨਿਵਾਸ ਬਖਸ਼ਣ। ਸਮੁੱਚੇ ਸਾਡੇ ਸਾਰੇ ਸਿੱਖ ਪੰਥ ਦੀ ਇਹੀ ਅਰਦਾਸ ਹੈ ਤੇ ਇਹੀ ਅਸੀਂ ਕਰਦੇ ਰਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ, ਜੋ ਆਪ ਜੀ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਆਪਾਂ ਸਾਰੇ ਹੀ ਭੈਣ ਸੁਪਿੰਦਰ ਕੌਰ ਦੇ ਪਰਿਵਾਰ ਦੇ ਨਾਲ ਖੜੇ ਹੋਏ ਆ, ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਤੇ ਸਾਰੇ ਮਿਲ ਕੇ ਅਰਦਾਸ ਕਰ ਰਹੇ ਆ ਕਿ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਣ। ਭੈਣ ਸੁਪਿੰਦਰ ਕੌਰ ਜੀ ਇੱਕ ਬਹੁਤ ਵਧੀਆ ਸ਼ਖਸੀਅਤ ਨੇ, ਬਹੁਤ ਵਧੀਆ ਸੋਚ, ਬਹੁਤ ਵਧੀਆ ਵਿਚਾਰ, ਬਹੁਤ ਵਧੀਆ ਛਾਪ ਸਾਡੇ ਵਿਚਕਾਰ ਛੱਡ ਕੇ ਗਏ ਨੇ। ਤੇ ਮੈਂ ਇੱਕ ਵਾਰ ਫਿਰ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।